ਜਿਹੜੇ ਆਪਣੇ ਕੰਮ ਕੀਤੇ ਹੈ ਉਹ ਜਨਤਾ ਤੱਕ ਸਹੀ ਤਰੀਕੇ ਨਾਲ ਤੁਸੀਂ ਆਪਣੀ ਆਵਾਜ਼ ਪਹੁੰਚਾ ਪਾ ਰਹੇ ਹੋ? ਬੀਜੇਪੀ ਲਈ ਮਾਹੌਲ ਜਿਹੜਾ ਸੀ ਉਹ ਸੁਖਾਵਾਂ ਸੀ। ਬੀਜੇਪੀ ਦਾ ਪਿਆਰ, ਮੋਦੀ ਜੀ ਦਾ ਸਨੇਹਾ ਜਿਹੜਾ ਹੈ ਪੰਜਾਬ ਲਈ ਉਹ ਬਹੁਤਾ ਹੈ। ਵੱਡੇ ਚਿਹਰੇ ਜਿਹੜੇ ਨੇ ਨਵਜੋਤ ਸਿੱਧੂ, ਚਰਨਜੀਤ ਚੰਨੀ, ਇਹ ਸਾਰੇ ਮੈਦਾਨ ਵਿੱਚ ਨੇ, ਬਾਦਲ ਮੈਦਾਨ ਵਿੱਚ ਨੇ, ਉੱਧਰੋਂ ਦੀ ਭਗਵੰਤ ਮਾਨ, ਕੇਜਰੀਵਾਲ ਇੱਥੇ ਘੁੰਮ ਰਹੇ ਨੇ। ਇਹ ਸਾਰੇ ਵੱਡੇ ਚਿਹਰੇ ਬੀਜੇਪੀ ਲਈ ਕਿੱਡੇ ਵੱਡੀ ਚੁਣੌਤੀ? ਸਾਡੇ ਕੋਲ ਬਹੁਤ ਵੱਡਾ ਚਿਹਰਾ ਹੈ ਨਰਿੰਦਰ ਮੋਦੀ ਜੀ ਦਾ, ਉਸ ਤੋਂ ਵੱਡਾ ਚਿਹਰਾ ਹੈ ਕੋਈ ਨਹੀਂ ਹੈ। ਬੀਜੇਪੀ ਲਈ ਸੀਟਾਂ ਦੀ ਕਿੰਨੀ ਉਮੀਦ ਹੈ ਤੁਹਾਨੂੰ ਪੂਰੇ ਅਲਾਈਅੰਸ ਨੂੰ? ਸਰਕਾਰ ਬੀਜੇਪੀ ਦੀ ਬਣਨੀ ਹੈ, ਅਸੀਂ ਤੁਹਾਨੂੰ ਡਾਟਾ ਵੀ ਦੇ ਦਿਆਂਗੇ। 117 ਸੀਟਾਂ ਤੇ ਜਾਣਾ ਹੈ ਤੁਸੀਂ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਤੁਸੀਂ ਕੰਮ ਕੀਤੇ ਆ ਉਹ ਸੀਟਾਂ 'ਚ ਤਬਦੀਲ ਹੋ ਸਕਣਗੇ? ਉਹ ਪੱਕਾ ਤਬਦੀਲ ਹੋਣਗੇ। ਤੁਸੀਂ ਆਪਣੇ ਪੁਰਾਣੇ ਗੱਠਜੋੜ ਦੇ ਸਾਥੀਆਂ ਨੂੰ, ਅਕਾਲੀ ਦਲ ਨੂੰ ਮਿਸ ਕਰਦੇ ਹੋ? ਨਹੀਂ ਜੀ ਨਹੀਂ, ਕੋਈ ਮਿਸ ਨਹੀਂ ਕਰਦੇ। ਉਹ ਅਸੀਂ ਕਿਸੇ ਨੂੰ ਮਿਸ ਨਹੀਂ ਕਰ ਰਹੇ, ਅਸੀਂ ਬੜੇ ਸੌਖੇ ਨੇ। ਇਹ ਤੁਹਾਡੀਆਂ ਗੱਲਾਂ 'ਚ 2 ਵਾਰ ਨਸ਼ੇ ਦਾ ਮੁੱਦਾ ਝਲਕ ਪਿਆ ਹੈ। ਇਲੈਕਸ਼ਨ ਵਿੱਚ ਸਾਰੇ ਕਹਿ ਰਹੇ ਨੇ ਕਿ ਮੁੱਦਾ ਹਰ ਵਾਰ ਇਲੈਕਸ਼ਨ 'ਚ ਆ ਜਾਂਦਾ, ਪਰ ਸੋਲਵ ਕਦੋਂ ਹੋਏਗਾ? BSF ਦਾ ਜਿਹੜਾ ਜੁਰਿਸਡਿਕਸ਼ਨ ਵਧਾਉਣ ਦਾ ਕੰਮ ਕੀਤਾ ਹੈ ਉਹਦਾ ਰੀਜ਼ਨ ਇਹੀ ਹੈ। ਸਾਡੀ ਸਰਕਾਰ ਨਸ਼ੇ ਦੇ 100% ਖਿਲਾਫ ਹੈ। ਰਾਸ਼ਟਰੀ ਸੁਰੱਖਿਆ ਤੋਂ ਜੁੜਿਆ ਹੋਇਆ ਮੁੱਦਾ ਹੈ ਇੱਥੇ ਡਰੱਗਸ ਦਾ, ਕਿਉਂਕਿ ਡਰੱਗ ਮਨੀ ਜਿਹੜੀ ਪੋਲਿਟਿਕਸ ਨੂੰ ਲੈ ਕੇ ਇੰਡਸਟਰੀ ਨੂੰ ਖਰਾਬ ਕਰਨ ਦਾ ਕੰਮ, ਅਗਲੀ ਨਸਲ ਨੂੰ ਖਰਾਬ ਕਰਨ ਦਾ ਕੰਮ, ਉਹਦਾ ਕੰਮ ਵੀ ਸੈਂਟਰਲ ਗਵਰਨਮੈਂਟ 'ਚ ਬੈਠੀ ਹੋਈ ਫੋਰਸਿਸ ਕਰ ਸਕਦੀਆਂ ਨੇ। ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਮੇਰੀ ਆਉਣ ਵਾਲੀ ਨਸਲ ਖਰਾਬ ਹੋਏ, ਮੇਰੇ ਬੱਚੇ ਦੌੜ ਨਾ ਸਕਣ, ਮੇਰੇ ਬੱਚੇ ਖਰਾਬ ਹੋ ਜਾਣ, ਇਹ ਤੇ ਕੋਈ ਮਾਂ ਨਹੀਂ ਚਾਹੁੰਦੀ। ਮੈਨੂੰ ਲੱਗਦਾ ਇਹ ਜਿਹੜੇ ਘਰ ਬਰਬਾਦ ਹੋ ਗਏ ਨੇ ਉਹਨੂੰ ਠੀਕ ਕਰਨ ਦਾ ਕੰਮ ਤੇ ਕਿਸੇ ਨੂੰ ਕਰਨਾ। ਕਾਂਗਰਸ ਜਿਹੜੀ ਹੈ ਉਹ ਕਹਿੰਦੀ ਹੈ ਕਿ ਤੁਹਾਡੇ ਪੁਰਾਣੇ ਜਿਹੜੇ ਗੱਠਜੋੜ ਦੇ ਸਾਥੀ ਸੀ ਅਕਾਲੀ ਦਲ, ਉਹ ਇਸ ਦੇ ਲਈ ਜ਼ਿੰਮੇਵਾਰ ਹੈ। ਕਾਂਗਰਸ ਬਾਰ-ਬਾਰ ਵਿਕਰਮ ਮਜੀਠੀਆ ਦਾ ਨਾਮ ਲੈਂਦੀ ਰਹਿੰਦੀ ਹੈ, ਤੁਸੀਂ ਇਸ ਬਾਰੇ ਕੀ? ਦੇਖੋ, ਵਿਕਰਮ ਮਜੀਠੀਆ ਦਾ ਅਸੀਂ ਤੇ ਡਰੱਗਸ ਦੇ ਖਿਲਾਫ ਨੇ, ਉਹਦੇ ਖਿਲਾਫ ਕੇਸ ਵੀ ਬਣਿਆ ਹੈ, ਉਹਦੇ ਖਿਲਾਫ ਉਹ ਮਾਮਲਾ ਪੈਂਡਿੰਗ ਵੀ ਹੈ। ਅਸੀਂ ਡਰੱਗਸ ਦੇ ਖਿਲਾਫ ਨੇ। ਤੁਸੀਂ ਕੀ ਕੰਮ ਕੀਤਾ ਉਹ ਦੱਸ ਦਿਓ ਨਾ, ਉਹ ਦੱਸ ਦਿਓ। ਜਿਹੜਾ ਕੰਮ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਦੀ ਬ੍ਰੀਚ ਹੋਈ ਹੈ, ਤੁਹਾਨੂੰ ਲੱਗਦਾ ਹੈ ਤੇ ਡਰੱਗ ਮਾਫੀਆ ਦਾ ਕੋਈ ਰੋਲ ਨਹੀਂ ਹੈ? ਤੁਹਾਨੂੰ ਲੱਗਦਾ ਹੈ ਪ੍ਰਸ਼ਾਸਨ ਸਾਫ਼ ਹੈ? ਚੰਨੀ ਜੀ ਨੇ ਖੇਦ ਵਿਅਕਤ ਕਰ ਦਿੱਤਾ ਕੱਲ। ਖੇਦ ਵਿਅਕਤ ਕਰਨ ਤੋਂ ਕੰਮ ਤੇ ਠੀਕ ਨਹੀਂ ਹੋਇਆ ਨਾ। ਹੁਣ ਖੇਦ ਵਿਅਕਤ ਕਰ ਰਹੇ ਹੋ ਕਿਉਂਕਿ ਉਹਨਾਂ ਨੂੰ ਪਤਾ ਹੈ ਇਲੈਕਸ਼ਨ ਦਾ ਮੁੱਦਾ। ਅਫਗਾਨਿਸਤਾਨ ਤੋਂ ਸਾਡੇ ਸਿੱਖ ਭਰਾ ਤੇ ਹਿੰਦੂ ਭਰਾਵਾਂ ਭੈਣਾਂ ਨੂੰ ਲਿਆਉਣ ਦਾ ਕੰਮ ਹੈ, ਉੱਥੋਂ ਗੁਰੂ ਗ੍ਰੰਥ ਸਾਹਿਬ ਚੁੱਕਣ ਦਾ ਕੰਮ ਹੈ। ਇੱਥੇ ਬੈਠ ਕੇ ਲੱਗਦਾ ਕੋਈ ਕੰਮ ਨਹੀਂ ਹੈ, ਪਰ ਜਿੱਥੇ ਉਹ ਤਾਲਿਬਾਨ ਬੈਠਾ ਹੋਏ ਉੱਥੋਂ ਲਿਆ ਕੇ ਕੱਢਣਾ ਤੇ ਉਹਨਾਂ ਨੂੰ ਕੱਢਣ ਦਾ ਕੰਮ ਕਿਹਨੇ ਕੀਤਾ ਹੈ? ਅਸੀਂ ਕਰਕੇ ਦਿੱਤਾ। ਸਾਡਾ ਜਿਹੜਾ ਦਿਲ ਹੈ ਉਹ ਪੰਜਾਬ ਲਈ, ਪੰਜਾਬ ਦੇ ਜਨਤਾ ਲਈ ਪੂਰੀ ਤਰੀਕੇ ਨਾਲ ਲਾਇਆ ਹੋਇਆ ਸੀ। ਅਸੀਂ ਇੱਥੇ ਚੁਣਾਵੀ ਮਾਹੌਲ 'ਚ ਆਏ ਨੇ, ਵਾਅਦੇ ਗਾਰੰਟੀ ਕਰਕੇ ਨਹੀਂ, ਕੰਮ ਦਿਖਾ ਕੇ ਆਏ ਨੇ। ਅਸੀਂ ਕੰਮ ਕਰਕੇ ਆਏ ਨੇ। ਲੋਕੀ ਕਹਿ ਰਹੇ ਨੇ ਅਸੀਂ ਇਹ ਉਹ ਕਰਾਂਗੇ, ਉਸ ਤੋਂ ਵੱਧ ਕੇ ਕੰਮ ਤੇ ਅਸੀਂ ਕਰਤਾ ਹੈ। ਕਿਸਾਨ सम्मान निधि ਉਹ ਤੇ 2000 ਦੀ ਗੱਲ ਕਰਦੇ ਨੇ, ਅਸੀਂ ਤੇ ਉਹ ਪੈਸਾ ਉਹਨਾਂ ਦੇ ਖਾਤੇ 'ਚ ਪਾਤਾ ਹੈ। 4123 124 ਕਿਲੋਮੀਟਰ ਪੰਜਾਬ ਦੀ ਸੜਕਾਂ ਦੀ ਮਪਾਈ ਹੈ। ਉਹ ਮਪਾਈ ਦਾ ਇੱਕੋ ਕਾਰਨ ਹੈ ਕਿ ਸੈਂਟਰ 'ਚ ਬੈਠੀ ਮੋਦੀ ਸਰਕਾਰ। ਮੰਡੀ ਗੋਬਿੰਦਗੜ੍ਹ ਕੁਝ ਬੰਦੇ ਬੈਠੇ ਸੀ, ਅਸੀਂ ਕਦੇ ਨਹੀਂ ਲੜੀ ਉਹ ਸੀਟ, ਅਸੀਂ ਕਦੇ ਵੀ ਨਹੀਂ ਲੜੀ। ਤੇ ਉਹਨਾਂ ਨੇ ਕਿਹਾ ਕਿ ਉਮੀਦ ਕਰਦੇ ਰਹਿ ਗਏ ਕਿ ਕਮਲ ਦਾ ਫੂਲ ਕਿਤੇ ਆ ਜਾਏ, ਕਿਤੇ ਉੱਥੇ ਵੋਟਿੰਗ ਮਸ਼ੀਨ 'ਚ ਸਾਨੂੰ ਦਿਸ ਜਾਏ ਤੇ ਅਸੀਂ ਜਾ ਕੇ ਦਾਬ ਦੇਈ, ਪਰ ਇੱਥੇ ਸਾਨੂੰ ਦਿਸਦਾ ਹੀ ਨਹੀਂ ਸੀ। ਹੁਣ ਸਾਨੂੰ ਕਮਲ ਦਾ ਫੂਲ ਚਾਹੀਦਾ ਹੈ। ਇਹ ਇੱਥੇ ਹਲਕੇ ਦੀ, ਇਸ ਪ੍ਰਦੇਸ਼ ਦੀ ਲੋੜ ਹੈ ਕਿ ਕਮਲ ਦਾ ਫੂਲ ਹੋਏ ਤੇ ਅਸੀਂ ਜਾ ਕੇ ਵੋਟ ਪਾਣਾ। ਤੇ ਹੁਣ ਕਮਲ ਦੇ ਫੂਲ ਦੀ ਆਪਸ਼ਨ ਆਉਣ ਲੱਗੀ ਹੈ। ਪੰਜਾਬ ਬੀਜੇਪੀ ਦੇ ਦਫ਼ਤਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਕਿਉਂਕਿ ਵੱਡੇ ਵੱਡੇ ਚਿਹਰੇ ਦੂਸਰੀ ਪਾਰਟੀਆਂ ਤੋਂ ਜਿਹੜੇ ਸਿਟਿੰਗ MLAs ਨੇ ਉਹ ਪਾਰਟੀ ਵਿੱਚ ਆ ਰਹੇ ਨੇ, ਤੇ ਪਾਰਟੀ ਆਪਣਾ ਪੰਜਾਬ ਵਿੱਚ ਇੱਕ ਵੱਡਾ ਉਦੈ ਵੇਖ ਰਹੀ ਹੈ। ਕਿਉਂਕਿ ਪਿਛਲੀ ਵਾਰ 3 ਸੀਟਾਂ ਆਈਆਂ ਸਨ, ਇਸ ਵਾਰ ਬੀਜੇਪੀ ਕਹਿ ਰਹੀ ਅਸੀਂ ਇਕੱਲੇ ਜਾਵਾਂਗੇ ਤੇ ਵਧੀਆ ਕਰਾਂਗੇ। ਕੀ ਕੁਝ ਬੀਜੇਪੀ ਦੀ ਪਲਾਨਿੰਗ ਹੈ, ਕੀ ਕੁਝ ਬੀਜੇਪੀ ਨੇ ਹੋਮਵਰਕ ਕੀਤਾ ਹੋਇਆ ਹੈ? ਸਾਡੇ ਨਾਲ ਵਿਦੇਸ਼ ਰਾਜ ਮੰਤਰੀ ਤੇ ਨਾਲ ਦੀ ਨਾਲ ਪੰਜਾਬ ਮਾਮਲਿਆਂ 'ਚ ਵੀ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ, ਸਹਿ ਇੰਚਾਰਜ ਦੇ ਤੌਰ 'ਤੇ ਮੀਨਾਕਸ਼ੀ ਲੇਖੀ ਜੀ ਸਾਡੇ ਨਾਲ ਮੌਜੂਦ ਨੇ। ਲੇਖੀ ਜੀ ਸਵਾਗਤ ਹੈ। ਧੰਨਵਾਦ ਜੀ। ਲੇਖੀ ਜੀ, ਪੰਜਾਬ ਵਿੱਚ ਜੋ ਬੀਜੇਪੀ ਦੇ ਮੌਜੂਦਾ ਹਾਲਾਤ ਨੇ, ਕਿਸਾਨ ਅੰਦੋਲਨ ਹੋਇਆ, ਉਸ ਤੋਂ ਬਾਅਦ ਕਾਨੂੰਨ ਵਾਪਸ ਹੋ ਗਏ ਤੇ ਤੁਸੀਂ ਵੱਖ ਵੀ ਹੋ ਗਏ ਆਪਣੇ ਅਲਾਈਸ ਤੋਂ।
ਕੀ ਵੇਖ ਰਹੇ ਹੋ ਪੰਜਾਬ ਵਿੱਚ, ਕਿੰਨਾ ਉਦੈ ਵੇਖ ਰਹੇ ਹੋ? ਪੰਜਾਬ ਨੂੰ ਲੋੜ ਸੀ ਇੱਥੇ ਸੂਰਿਆ ਉਦੇ ਦੀ, ਤੇ ਉਹ ਸੂਰਿਆ ਉਦੇ ਪਾਰਟੀ ਵੇਖ ਰਹੀ ਹੈ। ਲੋਕਾਂ ਦਾ ਜਿਹੜਾ ਸਨੇਹ ਹੈ ਸਾਡੀ ਪਾਰਟੀ ਵਕਨ, ਉਹ ਬਹੁਤ ਵਧਿਆ ਹੋਇਆ ਹੈ। ਮੋਦੀ ਜੀ ਦਾ ਬਹੁਤਾ ਇੱਜ਼ਤ ਮਾਨ ਸਨਮਾਨ ਵੀ ਹੈ, ਤੇ ਪਾਰਟੀ ਨੇ ਕੰਮ ਵੀ ਬਹੁਤੇ ਕੀਤੇ ਨੇ। ਤੇ ਜਿਨ੍ਹਾਂ ਵਿਕਾਸ ਦਾ ਡਿਵੈਲਪਮੈਂਟ ਦਾ ਕੰਮ ਪੰਜਾਬ 'ਚ ਹੋਇਆ ਹੈ, ਉਹ ਸਾਰਾ ਕੰਮ ਬੀਜੇਪੀ ਨੇ ਕੀਤਾ ਹੈ। ਚਾਹੇ ਸੜਕਾਂ ਬਣਾਉਣ ਦਾ ਕੰਮ ਹੋਏ, ਚਾਹੇ ਘਰਾਂ 'ਚ ਨਲ ਤੋਂ ਜਲ ਭੇਜਣ ਦਾ ਕੰਮ ਹੋਏ, ਚਾਹੇ ਕਿਸਾਨਾਂ ਨੂੰ ਜਿਹੜਾ ਸਨਮਾਨ ਨਿਧੀ ਹੈ ਉਹ ਪਹੁੰਚਾਉਣ ਦਾ ਕੰਮ ਹੋਏ, ਔਰਤਾਂ ਲਈ ਗੈਸ ਸਿਲੰਡਰ ਅਤੇ ਬਾਕੀ ਜਿਹੜੇ ਆਂਗਨਵਾੜੀ ਵਰਕਰਸ ਨੇ ਉਹਨਾਂ ਦੀ ਸਮਾਂ ਨਿਧੀ ਵਧਾਉਣ ਦਾ ਕੰਮ ਹੋਏ, ਸਾਰਾ ਕੰਮ ਬੀਜੇਪੀ ਨੇ ਕੀਤਾ ਹੈ। ਅਤੇ ਇਸ ਕਰਕੇ ਬੀਜੇਪੀ ਦੀ ਇੱਥੇ ਕ੍ਰੈਡੀਬਿਲਿਟੀ ਬਹੁਤ ਹੈ ਅਤੇ ਇੱਜ਼ਤ ਵੀ ਹੈ, ਅਤੇ ਅਸੀਂ ਬਹੁਤ ਅੱਛਾ ਕਰਾਂਗੇ, ਬਹੁਤ ਚੰਗਾ ਕਰਾਂਗੇ। ਔਰ ਉਹਦਾ ਰੀਜ਼ਨ ਜਿਹੜਾ ਹੈ ਸਾਡਾ ਗਵਰਨੈਂਸ ਸਟਾਈਲ, ਕੰਮ ਕਰਨ ਦਾ ਤਰੀਕਾ ਔਰ ਇਮਾਨਦਾਰੀ ਨਾਲ, ਪੱਕੇ ਇਰਾਦੇ ਨਾਲ ਕੰਮ ਕਰਨ ਦਾ ਤਰੀਕਾ ਹੈ। ਮੀਨਾਕਸ਼ੀ, ਤੁਸੀਂ ਆਪਣੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਗਿਣਵਾਈਆਂ ਕਿ ਕੇਂਦਰ ਸਰਕਾਰ ਕੀ ਕੁਝ ਕਰ ਰਹੀ ਹੈ, ਪਰ ਬੀਜੇਪੀ ਦੇ ਲਈ ਪੰਜਾਬ ਵਿੱਚ ਮਾਹੌਲ ਪਹਿਲਾਂ ਵੀ ਸੁਖਾਵਾਂ ਨਹੀਂ ਰਿਹਾ। ਉੱਪਰੋਂ ਦੀ ਅੰਦੋਲਨ ਹੋ ਗਿਆ, ਚਾਹੇ ਕਾਨੂੰਨ ਵਾਪਸ ਹੋ ਗਏ ਨੇ, ਪਰ ਕੀ ਲੱਗਦਾ ਹੈ ਤੁਹਾਨੂੰ ਕਿ ਤੁਸੀਂ ਜਿਹੜੇ ਆਪਣੇ ਕੰਮ ਕੀਤੇ ਹੈ ਉਹ ਜਨਤਾ ਤੱਕ ਸਹੀ ਤਰੀਕੇ ਨਾਲ ਤੁਸੀਂ ਆਪਣੀ ਆਵਾਜ਼ ਪਹੁੰਚਾ ਪਾ ਰਹੇ ਹੋ? ਬੀਜੇਪੀ ਲਈ ਮਾਹੌਲ ਜਿਹੜਾ ਸੀ ਉਹ ਸੁਖਾਵਾਂ ਸੀ। ਬੀਜੇਪੀ ਦਾ ਪਿਆਰ, ਮੋਦੀ ਜੀ ਦਾ ਸੁਨੇਹਾ ਜਿਹੜਾ ਹੈ ਪੰਜਾਬ ਲਈ, ਉਹ ਬਹੁਤਾ ਹੈ। ਪਰ ਅਸੀਂ ਕਦੇ ਕੰਮ ਕਿਸੇ ਮਤਲਬ ਨਾਲ ਨਹੀਂ ਕੀਤਾ। ਅਸੀਂ ਕੰਮ ਕੀਤਾ ਕਿਉਂਕਿ ਪੰਜਾਬ ਸਾਡਾ ਪ੍ਰਦੇਸ਼ ਹੈ, ਦੇਸ਼ ਦਾ ਇੱਕ ਹਿੱਸਾ ਹੈ ਅਤੇ ਬਾਰਡਰ ਸਟੇਟ ਹੈ। ਉਹ ਸੋਚਦੇ ਹੋਏ ਅਸੀਂ ਕੰਮ ਕੀਤੇ ਨੇ। ਇੱਕ ਛੋਟਾ ਜਿਹਾ ਤੁਹਾਨੂੰ ਉਦਾਹਰਣ ਦੇਣਾ ਚਾਹੁੰਦੀ ਹਾਂ। 2014 'ਚ ਪੰਜਾਬ ਦੀ ਸੜਕਾਂ ਦੀ ਨਪਾਈ 1114 ਕਿਲੋਮੀਟਰ ਸੀ, 1140 ਕਿਲੋਮੀਟਰ ਸੀ। 70 ਸਾਲ ਆਜ਼ਾਦੀ ਦੇ ਹੋਏ, ਬਥੇਰੀ ਸਰਕਾਰਾਂ ਸੈਂਟਰ 'ਚ ਵੀ ਰਹੀਆਂ ਅਤੇ ਸਟੇਟ 'ਚ ਵੀ ਰਹੀਆਂ। ਹੁਣ 4124 ਕਿਲੋਮੀਟਰ ਪੰਜਾਬ ਦੀ ਸੜਕਾਂ ਦੀ ਮਪਾਈ ਹੈ। ਉਹ ਮਪਾਈ ਦਾ ਇੱਕੋ ਕਾਰਨ ਹੈ ਕਿ ਸੈਂਟਰ 'ਚ ਬੈਠੀ ਮੋਦੀ ਸਰਕਾਰ ਨੇ ਉਹ ਸੜਕਾਂ ਬਣਾ ਕੇ ਦਿੱਤੀਆਂ ਨੇ। ਚਾਹੇ ਉਹ ਬਠਿੰਡਾ ਬਾਈਪਾਸ ਹੋਏ, ਚਾਹੇ ਗ੍ਰੀਨ ਫੀਲਡ ਹਾਈਵੇਜ਼ ਹੋਣ, ਚਾਹੇ ਕਰਤਾਰਪੁਰ ਕੋਰੀਡੋਰ ਹੋਏ, ਚਾਹੇ ਸਿੰਗਲ ਲੇਨ ਨੂੰ 4 ਲੇਨ ਕਰਨ ਦਾ ਕੰਮ ਹੋਏ, 6 ਲੇਨ ਕਰਨ ਦਾ ਕੰਮ ਹੋਏ, ਰੇਲਵੇਜ਼ ਦਾ ਕੰਮ ਹੋਏ। ਛੋਟੀ ਜਿਹਾ ਡਾਟਾ, ਇੱਥੇ 9 ਜਿਹੜੇ ਸੀ ਉਹ ਰੇਲਵੇ ਦੇ ਓਵਰ ਬ੍ਰਿਜਸ ਸਨ, ਅਤੇ 10 ਇੱਥੇ ਅੰਡਰ ਬ੍ਰਿਜਸ ਸੀ, ਅੰਡਰਪਾਸ। ਹੁਣ ਇੱਥੇ 20 ਓਵਰਹੈੱਡ ਬ੍ਰਿਜਸ ਨੇ ਰੇਲਵੇਜ਼ ਦੇ, ਅਤੇ 292 ਅੰਡਰ ਬ੍ਰਿਜਸ ਨੇ। ਇਹ ਕੰਮ ਬੀਜੇਪੀ ਨੇ ਕਰਕੇ ਦਿੱਤਾ ਹੈ। ਚਾਹੇ ਨਲ ਤੋਂ ਜਲ, ਚਾਹੇ ਹੈਰੀਟੇਜ ਕੋਰੀਡੋਰ ਬਣਾਉਣ ਦਾ ਕੰਮ ਹੋਏ, ਜਿੰਨਾ ਤੁਸੀਂ ਵੱਡੇ ਗੁਰਦੁਆਰਾਂ 'ਚ ਤੁਸੀਂ ਕੰਮ ਵੇਖ ਰਹੇ ਹੋ, ਗੋਲਡਨ ਟੈਂਪਲ ਦੇ ਆਸ-ਪਾਸ ਇਲਾਕੇ ਨੂੰ ਜੀਵਿਤ ਕਰਨ ਦਾ ਕੰਮ, ਉਹਨੂੰ ਸਾਂਭਣ ਦਾ ਕੰਮ ਹੋਏ, ਚਾਹੇ ਫਤਿਹਪੁਰ ਸਾਹਿਬ ਦਾ ਕੰਮ ਹੋਏ, ਚਾਹੇ ਅਨੰਦਪੁਰ ਸਾਹਿਬ ਦਾ ਕੰਮ ਹੋਏ, ਚਾਹੇ ਸਾਰਨਗੜੀ ਗੁਰਦੁਆਰੇ ਦਾ ਕੰਮ ਹੋਏ, ਚਾਹੇ ਪਟਿਆਲੇ ਦਾ ਕੰਮ ਹੋਏ, ਇਹ ਜਿੰਨਾ ਚਮਕੌਰ ਸਾਹਿਬ ਜੀ ਦਾ ਕੰਮ ਹੋਏ, ਸਾਰੇ ਕੰਮ ਬੀਜੇਪੀ ਮੇਰੇ ਡਿਪਾਰਟਮੈਂਟ ਦੇ ਨੇ, ਉਹ ਤਾਂ ਮੇਰੇ ਡਿਪਾਰਟਮੈਂਟ ਨੇ ਕਰਕੇ ਦਿੱਤੇ ਨੇ। ਹੁਸੈਨੀ ਵਾਲਾ, ਜਿੱਥੇ ਪ੍ਰਧਾਨ ਮੰਤਰੀ ਜੀ ਜਾ ਰਹੇ ਸੀ ਸਾਡੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਸ਼ਰਧਾਂਜਲੀ ਅਰਪਿਤ ਕਰਨ, ਅਤੇ ਉਹ ਹੁਸੈਨੀ ਵਾਲਾ ਨੂੰ ਰੀਵੈਂਪ ਕਰਕੇ ਰੀਡਿਵੈਲਪ ਕਰਨ ਦਾ ਕੰਮ ਜਿਹੜਾ ਹੈ ਉਹ ਮੇਰੇ ਡਿਪਾਰਟਮੈਂਟ ਨੇ, ਸੰਸਕ੍ਰਿਤੀ ਡਿਪਾਰਟਮੈਂਟ ਨੇ ਕੀਤਾ ਹੈ, ਹੈਰੀਟੇਜ ਨੇ। ਅਤੇ ਪ੍ਰਸ਼ਾਦ ਸਕੀਮ ਥੱਲੇ, ਦੂਜਾ ਸਵਦੇਸ਼ੀ ਸਕੀਮ ਥੱਲੇ, ਇਹ ਸਾਰੇ ਕੰਮ ਅਸੀਂ ਕਰਕੇ ਦਿੱਤੇ ਨੇ। ਹੁਣੇ ਵੀਰ ਬਾਲ ਦਿਵਸ ਦਾ ਕੰਮ ਉਹ ਵੀ ਅਸੀਂ ਕਰਕੇ ਦਿੱਤਾ ਹੈ, ਮੋਦੀ ਸਾਹਿਬ ਨੇ ਕੀਤਾ ਹੈ। ਕਰਤਾਰਪੁਰ ਕੋਰੀਡੋਰ ਦਾ ਕੰਮ ਅਸੀਂ ਕਰਕੇ ਦਿੱਤਾ ਹੈ। 450ਵਾਂ ਜਿਹੜਾ ਸਾਲਾ ਮਨਾਉਣਾ ਸੀ, 500ਵਾਂ ਗੁਰੂ ਸਾਹਿਬ ਦਾ 500ਵਾਂ ਸਾਲਾ ਮਨਾਉਣ ਦਾ ਕੰਮ ਹੈ। ਅਫਗਾਨਿਸਤਾਨ ਤੋਂ ਸਾਡੇ ਸਿੱਖ ਭਰਾ ਅਤੇ ਹਿੰਦੂ ਭਰਾਵਾਂ ਭੈਣਾਂ ਨੂੰ ਲਿਆਉਣ ਦਾ ਕੰਮ ਹੈ। ਉੱਥੋਂ ਗੁਰੂ ਗ੍ਰੰਥ ਸਾਹਿਬ ਚੁੱਕਣ ਦਾ ਕੰਮ ਹੈ। ਇੱਥੇ ਬੈਠ ਕੇ ਲੱਗਦਾ ਕੋਈ ਕੰਮ ਨਹੀਂ ਹੈ, ਪਰ ਜਿੱਥੇ ਉਹ ਤਾਲੀਬਾਨ ਬੈਠਾ ਹੋਏ ਉੱਥੋਂ ਲਿਆ ਕੇ ਕੱਢਣਾ ਅਤੇ ਉਹਨਾਂ ਨੂੰ ਕੱਢਣ ਦਾ ਕੰਮ ਕਿਹਨੇ ਕੀਤਾ ਹੈ? ਅਸੀਂ ਕਰਕੇ ਦਿੱਤਾ ਹੈ। ਪਰ ਮੰਤਰੀ ਜੀ, ਇੱਥੇ ਗੱਲ ਇਹ ਹੈ ਕਿ
ਪੰਜਾਬ ਵਿੱਚ ਕੀ ਤੁਹਾਡੇ ਕੰਮਾਂ ਦੀ ਪਛਾਣ ਕਰਦੇ ਹੋਏ ਇਹ ਸੀਟਾਂ 'ਚ ਵੀ ਤਬਦੀਲ ਹੋਏਗਾ, ਕਿਉਂਕਿ ਡਾਊਨ ਹੀ ਰਹੀਆਂ ਨੇ ਬੀਜੇਪੀ ਦੀਆਂ ਸੀਟਾਂ ਲਗਾਤਾਰ, ਤੇ ਹੁਣ ਤੁਸੀਂ ਗੱਠਜੋੜ ਤੋਂ ਵੀ ਅਲੱਗ ਹੋ 117 ਸੀਟਾਂ ਤੇ ਜਾਣਾ ਹੈ ਤੁਸੀਂ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਤੁਸੀਂ ਕੰਮ ਕੀਤੇ ਆ ਉਹ ਸੀਟਾਂ 'ਚ ਤਬਦੀਲ ਹੋ ਸਕਣਗੇ? ਉਹ ਪੱਕਾ ਤਬਦੀਲ ਹੋਣਗੇ, ਕਿਉਂਕਿ ਇੱਥੇ ਮੈਂ ਜਿੰਨੀ ਵੀ ਗੱਲ ਕੀਤੀ ਹੈ ਲੋਕਾਂ ਤੋਂ, ਉਹ ਦੋ ਪਾਸੇ ਦੀ ਗੱਲ ਹੈ। ਇੱਕ ਤੇ ਲੋਕਾਂ ਨੇ ਕਿਹਾ ਕਿ ਅਸੀਂ ਤੇ ਬੈਠੇ ਸੀ, ਬੀਜੇਪੀ ਦਾ ਇੰਤਜ਼ਾਰ ਕਰ ਰਹੇ ਸੀ, ਅਸੀਂ ਬਹੁਤ ਢੂੰਡਦੇ ਸੀ ਕਮਲ ਦਾ ਫੁੱਲ, ਉਹ ਕਮਲ ਦਾ ਫੁੱਲ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਸੀ ਜਿੱਥੇ ਵੋਟ ਪਾਉਣ ਜਾਂਦੇ ਸੀ, ਤੇ ਮਜਬੂਰੀ 'ਚ ਅਸੀਂ ਕਿਤੇ ਹੋਰ ਵੋਟ ਪਾ ਕੇ ਆਏ ਨੇ। ਹੁਣ ਜਿਹੜਾ ਕੰਮ ਮੋਦੀ ਜੀ ਨੇ ਕਰਕੇ ਦਿੱਤਾ ਹੈ, ਤੇ ਜਿਹਨੇ ਬਲੈਕ ਲਿਸਟ ਬਣਾਈ ਸੀ ਉਹਨੂੰ ਹਟਾਉਣ ਦਾ ਕੰਮ ਵੀ ਅਸੀਂ ਕਰਕੇ ਦਿੱਤਾ ਹੈ, ਤੇ ਇਹ ਜਿੰਨਾ ਕੰਮ ਮੋਦੀ ਜੀ ਨੇ ਕਰਕੇ ਦਿੱਤਾ ਹੈ, ਸੈਂਟਰਲ ਗਵਰਨਮੈਂਟ ਨੇ ਕਰਕੇ ਦਿੱਤਾ ਹੈ, ਤੇ ਜਿਹੜੀ ਮੁਸੀਬਤ ਪੰਜਾਬ 'ਤੇ ਹੈ, ਚਾਹੇ ਉਹ ਡਰੱਗਸ ਦੀ ਹੋਏ, ਚਾਹੇ ਬਾਰਡਰ ਇਨਫਿਲਟ੍ਰੇਸ਼ਨ ਦਾ ਕੰਮ ਹੋਏ, ਚਾਹੇ ਸਮਗਲਿੰਗ ਦਾ ਕੰਮ ਹੋਏ, ਉਹ ਸਾਰਾ ਕੰਮ ਅਗਰ ਕੋਈ ਸਰਕਾਰ ਸਾਂਭ ਸਕਦੀ ਹੈ ਤੇ ਉਹ ਸੈਂਟਰਲ ਗਵਰਨਮੈਂਟ ਦੀ ਕੰਮ ਬਿਨਾਂ ਇੱਥੇ ਕੰਮ ਨਹੀਂ ਹੋਣਾ। ਉਹਦੇ ਲਈ ਇੱਥੇ ਰਾਸ਼ਟਰੀ ਸੁਰੱਖਿਆ ਨੂੰ ਸਾਹਮਣੇ ਰੱਖਦੇ ਹੋਏ ਕੰਮ ਜਦੋਂ ਸੈਂਟਰਲ ਗਵਰਨਮੈਂਟ ਅਲੋਨ ਕਰ ਸਕਦੀ ਹੈ, ਤੇ ਸੈਂਟਰਲ ਗਵਰਨਮੈਂਟ 'ਚ ਮੋਦੀ ਸਰਕਾਰ ਨੇ ਤੇ ਬਿਨਾਂ ਮਤਲਬ ਕੰਮ ਕੀਤਾ ਨਾ। ਅਸੀਂ ਤੇ ਇੱਥੇ ਗਵਰਨਮੈਂਟ 'ਚ ਵੀ ਨਹੀਂ ਸੀ, ਫਿਰ ਵੀ ਅਸੀਂ ਕੰਮ ਕੀਤਾ, ਕਿਉਂਕਿ ਸਾਡਾ ਜਿਹੜਾ ਦਿਲ ਹੈ ਉਹ ਪੰਜਾਬ ਲਈ, ਪੰਜਾਬ ਦੇ ਜਨਤਾ ਲਈ ਪੂਰੀ ਤਰੀਕੇ ਨਾਲ ਲਾਇਆ ਹੋਇਆ ਸੀ। ਤੇ ਦੇਸ਼ ਦਾ ਪ੍ਰਦੇਸ਼ ਹੈ ਕਿ ਕੋਈ ਪਾਰਟੀ ਚਲਾਏ ਕੋਈ ਗੱਲ ਨਹੀਂ, ਅਸੀਂ ਉੱਥੇ ਕੰਮ ਕਰਨਾ ਹੈ। ਤੇ ਹੁਣ ਅਸੀਂ ਇੱਥੇ ਚੁਣਾਵੀ ਮਾਹੌਲ 'ਚ ਆਏ ਨੇ, ਵਾਅਦੇ ਗਾਰੰਟੀ ਕਰਕੇ ਨਹੀਂ, ਕੰਮ ਦਿਖਾ ਕੇ ਆਏ ਨੇ, ਅਸੀਂ ਕੰਮ ਕਰਕੇ ਆਏ ਨੇ। ਲੋਕੀ ਕਹਿ ਰਹੇ ਨੇ ਅਸੀਂ ਇਹ ਉਹ ਕਰਾਂਗੇ, ਉਸ ਤੋਂ ਵੱਧ ਕੇ ਕੰਮ ਤੇ ਅਸੀਂ ਕਰਤਾ ਹੈ ਜੀ। ਤੁਸੀਂ ਗਰੰਟੀਆਂ ਦੀ ਗੱਲ ਕਰ ਰਹੇ ਹੋ, ਪਰ ਦਿੱਲੀ 'ਚ ਵੀ ਤੁਸੀਂ ਇਲੈਕਸ਼ਨ ਲੜਿਆ, ਜ਼ੋਰ ਲਾਇਆ ਪੂਰੀ ਬੀਜੇਪੀ ਨੇ, ਪਰ ਉਹ ਦੁਬਾਰਾ ਬਾਜ਼ੀ ਮਾਰ ਕੇ ਲੈ ਗਏ ਆਮ ਆਦਮੀ ਪਾਰਟੀ ਵਾਲੇ। ਇੱਥੇ ਵੀ ਉਹ ਕਾਫੀ ਆਪਣੀਆਂ ਸੋਸ਼ਲ ਸਿਕਿਉਰਿਟੀਜ਼ ਉਸ ਨੂੰ ਕਹਿ ਰਹੇ ਹੈ, ਸੋਸ਼ਲ ਸਿਕਿਉਰਿਟੀਜ਼ ਅਸੀਂ ਦੇ ਰਹੇ ਹਾਂ। ਕਿਤੇ ਜੇ ਦਿੱਲੀ ਵਾਲਾ ਪੁਆਇੰਟ ਇੱਥੇ ਵੀ ਉਹਨਾਂ ਦਾ ਜੋ ਉਹ ਸਟੈਪ ਲੈ ਰਹੇ ਹੈ, ਜੇ ਚੱਲ ਗਿਆ ਤਾਂ ਬੀਜੇਪੀ ਲਈ ਇਹ ਕਾਫੀ ਫਿਰ ਚੁਣੌਤੀ ਹੋ ਜਾਏਗੀ ਦਿੱਲੀ ਵਾਂ। ਤੁਹਾਨੂੰ ਲੱਗਦਾ ਹੈ ਉੱਥੇ ਚੱਲ ਗਿਆ? ਉੱਥੇ ਤੇ ਹੋਰ ਜਿਹੜਾ ਸਿਸਟਮ ਹੈ ਉਹ ਵੱਖਰਾ ਸਿਸਟਮ ਹੈ, ਉਹ ਸਿਸਟਮ ਨਹੀਂ ਚੱਲਿਆ ਉੱਥੇ। ਜਿੰਨੀ ਮਿਊਨਿਸਪਲ ਕਮੇਟੀ ਹੈ, ਮਿਊਨਿਸਪਲ ਕਾਰਪੋਰੇਸ਼ਨ ਹੈ, ਉੱਥੇ ਬੀਜੇਪੀ ਜਿੱਤਦੀ ਹੈ। ਉੱਥੇ ਸਾਰੇ MP 7 ਦੇ 7 MP ਬੀਜੇਪੀ ਜਿੱਤਦੀ ਹੈ, ਤੇ ਉਹ ਵਿੱਚ ਦਾ ਇੱਕ ਲੈ ਕੇ ਜਾਂਦੇ ਨੇ, ਉਹਦੇ ਰੀਜ਼ਨ ਕੁਝ ਹੋਰ ਨੇ, ਮੈਂ ਇਹ ਕੈਮਰੇ 'ਤੇ ਨਹੀਂ ਕਰਨਾ ਚਾਹੁੰਦੀ ਗੱਲ। ਉਹਨਾਂ ਦਾ ਸਿੱਕਾ ਨਹੀਂ ਚੱਲਿਆ, ਤੇ ਪੰਜਾਬ ਦਾ ਜਿਹੜਾ ਟੈਂਪਰਾਮੈਂਟ ਹੈ ਉਹ ਟੈਂਪਰਾਮੈਂਟ ਬਿਲਕੁਲ ਵੱਖਰਾ ਹੈ। ਇੱਥੇ ਐਸਪੀਰੇਸ਼ਨਲ ਇੰਡੀਆ ਦੀ ਗੱਲ ਹੁਣ ਹੁੰਦੀ ਹੈ, ਪਰ ਐਸਪੀਰੇਸ਼ਨਲ ਪੰਜਾਬੀ ਪਹਿਲਾਂ ਤੋਂ ਹੈ। ਤੇ ਜਿਹੜਾ 1000 ਕਰੋੜ ਦਾ ਵੀ ਮਾਲਿਕ ਹੈ ਉਹ ਵੀ ਗੱਲ ਕਰਦਾ ਹੈ ਕਿ 1001 ਕਰੋੜ ਕਿੱਥੋਂ ਲਿਆਵਾਂਗਾ, ਉਹਦੇ ਲਈ ਕੰਮ ਕਰਨਾ ਹੈ। ਤੇ ਮਿਹਨਤੀ ਇਨਸਾਨ ਨੇ, ਕੰਮ ਕਰਨ ਵਾਲੇ ਬੰਦੇ ਨੇ। ਅੰਗਰੇਜ਼ੀ ਦੀ ਕਹਾਵਤ ਹੈ ਕਿ ਕਿਸੇ ਨੂੰ ਮਛਲੀ ਇੱਕ ਵਾਰੀ ਬਣਾ ਕੇ ਤੁਸੀਂ ਖਿਲਾ ਦੋਗੇ, ਫਰਾਈ ਹੋ ਕੇ ਖਤਮ ਹੋ ਜਾਏਗੀ। ਜਿਹਨੂੰ ਮਛਲੀ ਪਕੜਨਾ ਤੁਸੀਂ ਸਿਖਾਤਾ, ਉਹ ਜ਼ਿੰਦਗੀ ਭਰ ਭੁੱਖਾ ਨਹੀਂ ਰਹੇਗਾ। ਤੇ ਇੱਥੇ ਦਾ ਟੈਂਪਰਾਮੈਂਟ ਉਹ ਵਾਲਾ ਹੈ, ਤੇ ਅਸੀਂ ਉਹ ਸਭ ਕੁਝ ਇੱਥੇ ਕਰਕੇ ਦਿੱਤਾ ਹੈ। ਚਾਹੇ MSME ਦਾ ਕੰਮ ਹੋਏ, ਉਹਨਾਂ ਨੂੰ ਫਾਇਦੇ ਜਿੰਨੇ ਨੇ ਉਹ ਅਸੀਂ ਕਰਕੇ ਦਿੱਤੇ ਨੇ। GST ਦਾ ਹੁਣੇ ਹੌਜ਼ਰੀ ਦਾ ਕੰਮ ਅਟਕਿਆ ਹੋਇਆ ਸੀ, ਉਹਨੂੰ 5% GST ਹੌਜ਼ਰੀ ਨੂੰ ਅਸੀਂ ਕਰਕੇ ਦਿੱਤਾ ਹੈ। MSME ਨੂੰ 2.5 ਕਰੋੜ ਦਾ ਬੈਨੀਫਿਟ ਹੋਣਾ ਚਾਹੀਦਾ, ਉਹ ਅਸੀਂ ਕਰਕੇ ਦਿੱਤਾ ਹੈ। ਔਰਤਾਂ ਨੂੰ ਸੌਖਾ ਹੋਏ ਤੇ ਹਰ ਘਰ ਨਲ ਤੋਂ ਜਲ, ਉਹ ਅਸੀਂ ਕਰਕੇ ਦਿੱਤਾ ਹੈ। 10 ਇਹੋ ਜਿਹੇ ਡਿਸਟ੍ਰਿਕਟ ਨੇ ਜਿੱਥੇ ਇਹ ਕੰਮ ਪੂਰਾ ਹੋ ਗਿਆ ਹੈ। ਕਿਸਾਨਾਂ ਨੂੰ ਕੰਮ ਕਰਨ ਦੀ ਸੌਖਾ ਰਹੇ, ਸਹੂਲੀਅਤ ਰਹੇ, ਤੇ ਇਸ ਕਰਕੇ ਕਿਸਾਨ ਸਨਮਾਨ ਨਿਧੀ, ਉਹ ਤੇ 2000 ਦੀ ਗੱਲ ਕਰਦੇ ਨੇ, ਅਸੀਂ ਤੇ ਉਹ ਪੈਸਾ ਉਹਨਾਂ ਦੇ ਖਾਤੇ 'ਚ ਪਾਤਾ ਹੈ। ਵਾਅਦੇ ਨਹੀਂ ਕਰ ਰਹੇ, ਅਸੀਂ ਵਾਅਦਾ ਪੂਰਾ ਕਰਕੇ ਦਿੱਤਾ ਹੈ। ਤੇ ਕ੍ਰੈਡੀਬਿਲਿਟੀ ਸਾਡੀ ਹੈ। ਜਿਹੜੀ ਦਿੱਲੀ ਦੀ ਗੱਲ ਕਰਦੇ ਨੇ, ਉਹ ਦਿੱਲੀ ਤੇ ਵਿਕਲਾਂਗ ਦਿਵਿਆਂਗ ਜਿਹੜੇ ਬੰਦੇ ਨੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ, ਇੱਥੇ ਕੀ ਦਿਓਗੇ? ਉੱਥੇ ਤੇ ਜਿਹੜੀ ਵਿਧਵਾ ਔਰਤਾਂ ਬੈਠੀਆਂ ਨੇ ਉਹਨਾਂ ਨੂੰ ਤੁਸੀਂ ਪੈਸੇ ਨਹੀਂ ਦਿੱਤੇ, ਹੋਰ ਕਿਹਨੂੰ ਦਿਓਗੇ? ਉੱਥੇ ਜਿਹੜੇ ਬਿਜਲੀ ਦੇ ਬਿੱਲ ਨੇ, ਜਿਹੜਾ ਮਿਡਲ ਕਲਾਸ ਹੈ, ਬਾਕੀ ਬੰਦੇ ਜਿਹੜੇ ਬਿੱਲ ਪੇ ਕਰਨ ਵਾਲੇ ਨੇ, ਬਿਜਲੀ ਨਹੀਂ ਹੈ ਤੇ ਫ੍ਰੀ ਕਿੱਥੋਂ ਦੇਣੀ ਹੈ? ਤੇ ਜਿਨ੍ਹਾਂ ਨੂੰ ਦੇ ਬਿੱਲ ਆਉਂਦੇ ਨੇ ਉਹਨਾਂ ਦੇ 6 ਟਾਈਮਸ ਬਿੱਲ ਵੱਧ ਗਏ ਨੇ। ਜਿੱਥੇ ਕਰੋਨਾ 'ਚ ਬਿਮਾਰੀ 'ਚ ਦੁਕਾਨਾਂ ਬੰਦ ਰਹੀਆਂ ਨੇ, ਉੱਥੇ ਬਿੱਲ ਆਏ ਨੇ। ਕੰਮ ਨਹੀਂ ਹੋਇਆ ਤੇ ਬਿੱਲ ਆਏ ਨੇ। ਤੇ ਇਹ ਗੱਲ ਛੱਡ ਦਿਓ। ਮੈਨੂੰ ਲੱਗਦਾ ਪੰਜਾਬੀ ਥੋੜ੍ਹਾ ਦਿਮਾਗ ਤੋਂ ਚੁਸਤ ਦਰੁਸਤ ਬੰਦਾ ਹੈ, ਉਹ ਇਹੋ ਜਿਹੇ ਗੱਲਾਂ 'ਚ ਆਉਣ ਵਾਲੇ ਬੰਦੇ ਨਹੀਂ ਨੇ। ਉਹ ਕੰਮ ਵੇਖ ਕੇ ਤੇ ਫਿਰ ਗੱਲ ਕਰਦੇ ਨੇ ਕਿ ਅੱਛਾ ਤੁਸੀਂ ਦੱਸੋ ਹੁਣ ਤਾਈਂ ਕੀ ਕਰਕੇ ਲਿਆਏ ਹੋ, ਉਹ ਦੱਸ ਦਿਓ ਪਹਿਲਾਂ।
ਬੀਜੇਪੀ ਨੇ ਵੀ ਆਪਣੇ ਕੈਂਪੇਨ ਨੂੰ ਹੁਲਾਰਾ ਦੇਣ ਵਾਸਤੇ ਤੁਹਾਡੇ ਵਰਗੇ ਪੰਜਾਬੀ ਬੁਲਾਰੇ ਮਤਲਬ ਦਿੱਲੀ ਤੋਂ ਇੱਥੇ ਲਾਏ ਨੇ, ਡਿਊਟੀਆਂ ਲਾਈਆਂ ਨੇ। ਤੁਸੀਂ ਲੋਕਾਂ 'ਚ ਇੱਥੇ ਘੁੰਮ ਰਹੇ ਹੋਵੋਗੇ, ਵੱਡੇ ਮੁੱਦੇ ਤੁਹਾਨੂੰ ਕੀ ਨਜ਼ਰ ਆ ਰਹੇ ਨੇ, ਤੇ ਕੀ ਤੁਸੀਂ ਆਪਣੇ ਪੁਰਾਣੇ ਗੱਠਜੋੜ ਦੇ ਸਾਥੀਆਂ ਨੂੰ, ਅਕਾਲੀ ਦਲ ਨੂੰ ਮਿਸ ਕਰਦੇ ਹੋ? ਨਹੀਂ ਜੀ, ਨਹੀਂ, ਕੋਈ ਮਿਸ ਨਹੀਂ ਕਰਦੇ। ਉਹ ਅਸੀਂ ਕਿਸੇ ਨੂੰ ਮਿਸ ਨਹੀਂ ਕਰ ਰਹੇ, ਅਸੀਂ ਬੜੇ ਸੌਖੇ ਨੇ। ਮੈਨੂੰ ਇੱਕ ਗੱਲ ਯਾਦ ਆਈ ਹੈ, ਉਹ ਮੇਰੀ ਗੱਲ ਨਹੀਂ ਹੈ, ਮੈਂ ਕਿਤੇ ਗਈ ਸੀ ਗੋਬਿੰਦਗੜ੍ਹ, ਤੇ ਮੰਡੀ ਗੋਬਿੰਦਗੜ੍ਹ ਕੁਝ ਬੰਦੇ ਬੈਠੇ ਸੀ, ਅਸੀਂ ਕਦੇ ਨਹੀਂ ਲੜੀ ਉਹ ਸੀਟ, ਅਸੀਂ ਕਦੇ ਵੀ ਨਹੀਂ ਲੜੀ। ਤੇ ਉਹਨਾਂ ਨੇ ਕਿਹਾ ਕਿ ਭੈਣ ਜੀ ਤੁਸੀਂ ਮੋਦੀ ਜੀ ਨੂੰ ਕਦੋਂ ਲੈ ਕੇ ਆ ਰਹੇ ਹੋ? ਮੈਂ ਕਿਹਾ ਦੇਖੋ ਚੁਣਾਵ ਦਾ ਕਿਵੇਂ ਬਣਦਾ ਹੈ, ਕੀ ਹੁੰਦਾ ਹੈ, ਤੇ ਕਰਦੇ ਨੇ, ਸੋਚਦੇ ਨੇ। ਤੇ ਕਹਿੰਦੇ ਨੇ ਦੇਖੋ ਅਸੀਂ ਤੇ ਭਗਤ ਬੰਦੇ ਨੇ, ਤੇ ਸਾਨੂੰ ਪ੍ਰਭੂ ਦੇ ਦਰਸ਼ਨ ਤੇ ਕਰਾਓ, ਸਾਨੂੰ ਪ੍ਰਭੂ ਤੇ ਚਾਹੀਦਾ ਹੈ। ਅਸੀਂ ਉਮੀਦ ਕਰਦੇ ਰਹਿ ਗਏ ਕਿ ਕਮਲ ਦਾ ਫੁੱਲ ਕਿਤੇ ਆ ਜਾਏ, ਕਿਤੇ ਉੱਥੇ ਵੋਟਿੰਗ ਮਸ਼ੀਨ 'ਚ ਸਾਨੂੰ ਦਿਸ ਜਾਏ ਤੇ ਅਸੀਂ ਜਾ ਕੇ ਦਾਬ ਦੇਈ, ਪਰ ਇੱਥੇ ਸਾਨੂੰ ਦਿਸਦਾ ਹੀ ਨਹੀਂ ਸੀ। ਹੁਣ ਸਾਨੂੰ ਕਮਲ ਦਾ ਫੁੱਲ ਚਾਹੀਦਾ ਹੈ। ਇਹ ਇੱਥੇ ਹਲਕੇ ਦੀ, ਇਸ ਪ੍ਰਦੇਸ਼ ਦੀ ਲੋੜ ਹੈ ਕਿ ਕਮਲ ਦਾ ਫੁੱਲ ਹੋਏ ਤੇ ਅਸੀਂ ਜਾ ਕੇ ਵੋਟ ਪਾਉਣਾ। ਤੇ ਹੁਣ ਕਮਲ ਦੇ ਫੁੱਲ ਦੀ ਆਪਸ਼ਨ ਆਉਣ ਲੱਗੀ ਹੈ। ਪਰ ਜਦੋਂ ਮੋਦੀ, ਤੁਸੀਂ ਕਹਿ ਰਹੇ ਮੋਦੀ ਜੀ ਨੂੰ ਬੁਲਾਓ ਇੱਥੇ, ਜਿਹੜੇ ਲੋਕਾਂ ਨੇ ਕਿਹਾ, ਪਰ ਜਦੋਂ ਮੋਦੀ ਜੀ ਆਏ ਤਾਂ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ। ਕਾਂਗਰਸ ਇਸ ਵਾਸਤੇ, ਬੀਜੇਪੀ ਕਹਿ ਰਹੀ ਹੈ ਕਿ ਸਮੱਸਿਆ ਸਿਕਿਉਰਿਟੀ ਦੀ ਪੈਦਾ ਹੋ ਗਈ, ਪਰ ਕਾਂਗਰਸ ਕਹਿ ਰਹੀ ਹੈ ਕੁਝ ਹੋਰ ਹੀ ਗੱਲਾਂ ਸੀ, ਰੈਲੀ ਵਿੱਚ ਬੰਦੇ ਘੱਟ ਆਏ ਹੋਏ ਸੀ ਤਾਂ ਕਰਕੇ ਇਹ ਸਾਰੀ ਸਮੱਸਿਆ ਹੋਈ। ਉਹ ਕੈਪਟਨ ਸਾਹਿਬ ਤੇ ਵੀ ਤੰਜ ਕੱਸ। ਮੈਂ ਤੇ ਬਹੁਤ ਛੋਟੀ ਜਿਹੀ ਗੱਲ ਕਰਦੀ ਹਾਂ, ਮੈਂ ਕਿਹਾ ਅਗਰ ਤੁਹਾਡੀ ਗੱਲ ਮੰਨ ਲਈ, ਮੈਂ ਮੰਨ ਲਈ, ਤੇ ਤੁਹਾਡਾ ਫਰਜ਼ ਨਹੀਂ ਬਣਦਾ ਮੋਦੀ ਜੀ ਉੱਥੇ ਪਹੁੰਚ ਜਾਣ? ਤੁਹਾਨੂੰ ਤੇ ਹੋਰ ਉਮੀਦ ਹੋਣੀ ਚਾਹੀਦੀ ਹੈ, ਤੁਹਾਨੂੰ ਤੇ ਹੋਰ ਪਤਾ ਹੋਣਾ ਚਾਹੀਦਾ ਹੈ ਕਿ ਚਲੋ ਜੀ ਇਹਨਾਂ ਨੂੰ ਭੇਜੋ, ਰੈਲੀ 'ਚ ਬੰਦੇ ਘੱਟ ਨੇ। ਉਹ ਰੈਲੀ ਨੂੰ ਛੱਡ ਦਿਓ ਜੀ, ਇਹਨਾਂ ਨੇ ਜਿਹੜੀ ਹਰਕਤ ਕੀਤੀ ਹੈ ਨਾ, ਉਹ ਮੈਸੇਜ ਕੋਈ ਹੋਰ ਸੀ। ਅਸੀਂ ਉਹ ਮੈਸੇਜ ਲੈ ਵੀ ਲਿੱਤਾ ਹੈ। ਉਹ ਪ੍ਰਧਾਨ ਮੰਤਰੀ ਨੂੰ ਰੋਕਣ ਦਾ ਕੰਮ ਇਹਨਾਂ ਨੇ ਕੀਤਾ ਕਿ ਅਸੀਂ ਆਉਣ ਨਹੀਂ ਦੇਣਾ। ਇਹ ਜਿਹੜਾ ਕੰਮ ਇਹਨਾਂ ਨੇ ਕੀਤਾ ਹੈ ਨਾ, ਉਹ ਇੱਕ ਇੱਕ ਗਾঁव ਦੇ ਅੰਦਰ ਇੱਕ ਇੱਕ ਬੰਦੇ ਲਈ ਮੈਸੇਜ ਹੈ। ਉਹ ਮੈਸੇਜ ਤੁਸੀਂ ਤੇ ਉਮਰ ਤੋਂ ਘੱਟ ਲੱਗਦੇ ਹੋ, ਮੇਰੀ ਉਮਰ ਦੇ ਜਿੰਨੇ ਬੰਦੇ ਨੇ ਨਾ, ਜਿਹੜੇ 84 ਜਿਨ੍ਹਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਦੇਸ਼ ਇਹਨਾਂ ਨੇ ਕੀ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜਿੰਨੀ ਵਿਦੇਸ਼ੀ ਤਾਕਤਾਂ ਤੇ ਬਾਕੀ ਲੋਕ ਕੀ ਮਿਲ ਕੇ ਇੱਥੇ ਹਾਲਾਤ ਜਿਹੜੇ ਖਰਾਬ ਕਰਨ ਦੀ ਕੋਸ਼ਿਸ਼ ਹੈ, ਉਹ ਅਸੀਂ ਬਖਸ਼ਣ ਵਾਲੇ ਨਹੀਂ ਨੇ। ਉਹ ਅਸੀਂ ਉਹਦੀ ਡੈਪਥ ਵੀ ਜਾਣਾ ਹੈ, ਅਸੀਂ ਉਹ ਕੰਮ ਵੀ ਕਰਨਾ ਹੈ। ਤੇ ਇੰਨੀ ਜ਼ਰੂਰਤ ਜਿਹਨੇ ਕਰਤੀ, ਉਹਦਾ ਤੇ ਤੁਹਾਨੂੰ ਵੀਡੀਓ ਵੀ ਮਿਲੇ ਹੋਣੇ। ਇਹਨਾਂ ਦੀ ਆਪਣੀ ਇੰਟੈਲੀਜੈਂਸ ਰਿਪੋਰਟ, ਜਿਹੜੇ ਇਹਨਾਂ ਦੇ ਬੰਦੇ ਨੇ, ਮੇਰੇ ਬੰਦੇ ਨਹੀਂ ਨੇ, ਇਹ ਸਟੇਟ ਦੀ ਇੰਟੈਲੀਜੈਂਸ ਰਿਪੋਰਟ ਹੈ। ਸਟੇਟ ਦੀ ਇੰਟੈਲੀਜੈਂਸ ਰਿਪੋਰਟ ਸੀ ਕਿ ਇੱਥੇ 1 ਲੱਖ ਬੰਦਾ ਆਏਗਾ। ਸਾਡੀ ਰਿਪੋਰਟ 1.5-2 ਲੱਖ ਦੀ ਸੀ, ਚਲੋ ਇਹਨਾਂ ਦੀ 1 ਲੱਖ ਦੀ, ਇਹ ਜੋ ਕਹਿੰਦੇ ਨੇ ਉਹਨਾਂ ਮੰਨ ਵੇ ਲਓ। ਅਗਰ ਇੱਥੇ ਬੰਦੇ ਨਹੀਂ ਆਉਣ ਵਾਲੇ ਸੀ, ਇਹਨਾਂ ਨੇ ਜਿੰਨੀ ਸੜਕਾਂ ਰੈਲੀ 'ਤੇ ਜਾ ਰਹੀਆਂ ਸਨ, ਇਹਨਾਂ ਨੇ ਉੱਥੇ ਬੈਰੀਕੇਡਿੰਗ ਕਿਉਂ ਕੀਤੀ? ਉੱਥੇ ਜਾਣ ਦਿੰਦੇ ਬੰਦਿਆਂ ਨੂੰ? ਘੱਟ ਸੀ, ਫਰਕ ਕੀ ਪੈਂਦਾ? ਪੰਜਾਬ ਜਿੰਨਾ ਮੈਂ ਜਾਣਦੀ ਹਾਂ ਪੰਜਾਬ ਨੂੰ, ਸਾਡੇ ਘਰਾਂ 'ਚ ਕੋਈ ਆ ਜਾਏ ਬਿਨਾਂ ਖਾਣਾ ਖਿਲਾਏ, ਪਾਣੀ ਪਿਲਾਏ, ਅਸੀਂ ਕਿਸੇ ਨੂੰ ਜਾਣ ਨਹੀਂ ਦਿੰਦੇ। ਅੱਧੀ ਰੋਟੀ ਤੇ ਸੌ ਖਵਾ ਕੇ ਖਾਣ ਦੇ ਬਾਅਦ ਵੀ ਖਿਲਾ ਦਿੰਦੇ ਨੇ। ਇੱਥੇ ਵੀਡੀਓ ਕਲਿੱਪਿੰਗਸ ਆਈ ਨੇ ਜਿੱਥੇ ਇਹਨਾਂ ਨੇ, ਜਿਹੜੇ ਸਵੇਰ ਦੇ ਟੁਰੇ ਹੋਏ ਬੰਦੇ ਨੇ, ਉਹਨਾਂ ਦੀ ਬੱਸਾਂ 'ਚ ਇਹਨਾਂ ਨੇ ਖਾਣੇ ਦੇ ਪੈਕੇਟ ਖਿੱਚੇ ਨੇ। ਇਹੋ ਜਿਹੇ ਕੰਮ ਪੰਜਾਬ 'ਚ ਨਹੀਂ ਹੁੰਦੇ ਜੀ। ਗਰੀਬ ਤੋਂ ਗਰੀਬ ਘਰ ਵੀ ਕਿਸੇ ਭੁੱਖੇ ਨੂੰ 2 ਰੋਟੀ ਖਵਾ ਕੇ ਹੀ ਭੇਜੇਗਾ। ਕਿਸੇ ਦੇ ਹੱਥ ਦੀ ਰੋਟੀ ਛੀਨ ਦਾ ਕੰਮ ਇੱਥੇ ਨਹੀਂ ਹੁੰਦਾ, ਪਰ ਇਹਨਾਂ ਨੇ ਇਹ ਕੰਮ ਕੀਤੇ ਨੇ। ਲੋਕਾਂ ਨੂੰ ਤਾਂ ਪਤਾ ਹੈ ਜੀ ਇਹਨਾਂ ਨੇ ਕੀ ਕੀਤਾ ਹੈ। ਇਹਨਾਂ ਨੂੰ ਡਰ ਸੀ ਮੋਦੀ ਆ ਗਿਆ, ਉਹਦੀ ਪਹੁੰਚ ਬਹੁਤ ਹੈ, ਉਹਦੇ ਬੰਦੇ ਇਕੱਠੇ ਹੋਣਗੇ, ਇਹ ਮੈਸੇਜ ਬਹੁਤ ਵੱਡਾ ਜਾਏਗਾ। ਅਸੀਂ ਸ਼ੇਰ ਬਣ ਕੇ ਦਿਖਾਉਂਦੇ ਨੇ ਕਿ ਅਸੀਂ ਨਹੀਂ ਆਉਣ ਦਿੱਤਾ ਜੀ। ਤੇ ਜਿਹੜੇ ਜਿੱਥੋਂ ਇਹਨਾਂ ਨੂੰ ਸਪੋਂਸਰਸ਼ਿਪ ਮਿਲ ਰਹੀ ਹੈ ਨਾ, ਉਹ ਸਪੋਂਸਰਸ਼ਿਪ ਕੱਟਣ ਦਾ ਟਾਈਮ ਸੀ। ਇਹਨਾਂ ਨੇ ਇਸ ਕਰਕੇ ਜੋ ਵੀ ਕੀਤਾ, ਮੈਨੂੰ ਇਹ ਲੱਗਦਾ ਹੈ। ਤੇ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੀ ਕੰਮ, ਪ੍ਰਾਈਮ ਮਿਨਿਸਟਰ ਦੀ ਗੱਡੀ ਰੋਕਣ ਦਾ ਕੰਮ, ਪਾਰਟੀ ਦੇ ਕਾਰਜਕਰਤਾਵਾਂ ਦੀ ਗੱਡੀਆਂ ਰੋਕਣ ਦਾ ਕੰਮ, ਇਹ ਤੇ ਇਹਨਾਂ ਨੇ ਕੀਤਾ। ਉਹ ਕਾਹਦੇ ਲਈ ਕੀਤਾ? ਇੱਥੇ ਦਾ ਪ੍ਰਸ਼ਾਸਨ ਤੇ ਪੁਲਿਸ ਮੇਰੇ ਤੋਂ ਜ਼ਿਆਦਾ ਤੇ ਇੱਥੇ ਰਹਿਣ ਵਾਲੇ ਮੈਨੂੰ ਮੈਸੇਜ ਦਿੰਦੇ ਨੇ ਕਿ ਉਹਦੇ 'ਚ ਹੀ ਗੜਬੜ ਹੈ। ਉਹਦੀ ਗੜਬੜ ਦੇ ਬਿਨਾਂ ਉਹ ਗੜਬੜ ਨਹੀਂ ਹੁੰਦੀ ਤੇ ਇੱਥੇ ਜਿਹੜੀ ਡਰੱਗਸ ਦੀ ਪ੍ਰੋਬਲਮ ਹੈ ਉਹ ਕਦੇ ਨਹੀਂ ਹੋਣੀ ਸੀ। ਫਿਰੋਜ਼ਪੁਰ ਅੱਡਾ ਹੈ ਇਹਨਾਂ ਹਰਕਤਾਂ ਦਾ, ਉੱਥੇ ਪ੍ਰਾਈਮ ਮਿਨਿਸਟਰ ਆ ਰਹੇ, ਇਹਨਾਂ ਦੇ ਬਹੁਤਾ ਦੇ ਜਿਨ੍ਹਾਂ ਵੀ ਪ੍ਰਸ਼ਾਸਨ ਦੀ
ਜਿਨ੍ਹਾਂ ਨੂੰ ਇਹ ਚੂਕ ਕਹਿ ਰਹੇ ਨੇ, ਮੈਂ ਇਹਨੂੰ ਸਾਜ਼ਿਸ਼ ਕਹਿ ਰਹੀ ਹਾਂ। ਇਹ ਫਰਕ ਹੈ। ਅੱਛਾ, ਅਸੀਂ ਕਨਕਲੂਡ ਕਰਦੇ ਹਾਂ ਨਾਲ ਦੀ ਨਾਲ। ਦੋ ਕੁਐਸਚਨ ਜਾਂਦੇ ਜਾਂਦੇ ਕਿ ਵੱਡੇ ਮੁੱਦੇ ਤੁਹਾਨੂੰ ਕਿਹੜੇ ਨਜ਼ਰ ਆ ਰਹੇ ਨੇ? ਤੁਹਾਡੀਆਂ ਗੱਲਾਂ 'ਚ 2 ਵਾਰ ਨਸ਼ੇ ਦਾ ਮੁੱਦਾ ਝਲਕ ਪਿਆ ਹੈ ਅਤੇ ਬੜੇ ਇਲਜ਼ਾਮ ਜਿਹੜੇ ਨੇ ਤੁਹਾਡੀ ਪੁਰਾਣੀ ਸਰਕਾਰ 'ਤੇ ਵੀ, ਜਦੋਂ ਤੁਸੀਂ ਗੱਠਜੋੜ 'ਚ ਸੀ ਉਦੋਂ ਲੱਗਦੇ ਹੈ। ਇਹ ਮੁੱਦਾ ਜਿਹੜਾ ਹੈ, ਇਸ 'ਤੇ ਗਰੰਟੀਆਂ ਵੀ ਆ ਰਹੀਆਂ ਨੇ ਉੱਧਰੋਂ ਦੀ। ਕੀ ਲੱਗਦਾ ਹੈ ਇਹ ਮੁੱਦਾ ਕਦੋਂ ਸੋਲਵ ਹੋਏਗਾ? ਹੋਰ ਵੀ ਜਿਹੜੇ ਲੋਕ ਇੱਥੇ ਘੁੰਮ ਰਹੇ ਨੇ ਇਲੈਕਸ਼ਨਸ ਵਿੱਚ, ਸਾਰੇ ਕਹਿ ਰਹੇ ਨੇ ਕਿ ਮੁੱਦਾ ਹਰ ਵਾਰ ਇਲੈਕਸ਼ਨ 'ਚ ਆ ਜਾਂਦਾ, ਪਰ ਸੋਲਵ ਕਦੋਂ ਹੋਏਗਾ? ਦੇਖੋ, ਮੈਂ ਤੇ ਇੱਕੋ ਗੱਲ ਕਹਿੰਦੀ ਹਾਂ, ਮੈਂ ਕਿਹਾ ਅਸੀਂ ਤੇ ਸੋਲਿਊਸ਼ਨ ਕਰਨ ਵਾਲੇ ਬੰਦੇ ਨੇ ਨਾ। BSF ਦਾ ਜਿਹੜਾ ਜੁਰਿਸਡਿਕਸ਼ਨ ਵਧਾਉਣ ਦਾ ਕੰਮ ਕੀਤਾ ਹੈ, ਉਹਦਾ ਰੀਜ਼ਨ ਇਹੀ ਹੈ। ਸਰਕਾਰ ਆਏ ਨਾ ਆਏ, ਅਸੀਂ BSF ਦੀ ਡਿਊਟੀ ਜਿਹੜੀ ਲਾਈ ਹੈ ਉਹ ਇਸ ਕਰਕੇ ਲਾਈ ਹੈ ਕਿਉਂਕਿ ਇੱਥੇ ਪ੍ਰਸ਼ਾਸਨ ਦੀ ਸਾਂਠ-ਗਾਂਠ ਸਾਹਮਣੇ ਦਿਖਦੀ ਹੈ। ਉਹ ਸਾਂਠ-ਗਾਂਠ ਨੂੰ ਖ਼ਤਮ ਕਰਨ ਲਈ BSF ਨੂੰ ਇਹ ਡਿਊਟੀ ਲਾਤੀ ਹੈ ਕਿ ਉਹ ਜੁਰਿਸਡਿਕਸ਼ਨ ਨੂੰ ਕਾਬੂ ਕਰੇ। ਇਹੋ ਜਿਹੀ ਹਰਕਤਾਂ ਇੱਥੇ ਨਹੀਂ ਹੋਣੀ ਚਾਹੀਦੀਆਂ। ਲੋਕੀ ਸੋਲਿਊਸ਼ਨ ਦੀ ਗਾਰੰਟੀ ਤੇ ਵਾਅਦੇ ਕਰ ਰਹੇ ਨੇ, ਅਸੀਂ ਕਰਕੇ ਦਿਖਾ ਰਹੇ ਨੇ। ਇਹ ਫਰਕ ਹੈ, ਨੰਬਰ 1। ਨੰਬਰ 2, ਸਾਡੀ ਸਰਕਾਰ ਨਸ਼ੇ ਦੇ 100% ਖਿਲਾਫ ਹੈ। ਡਰੱਗ ਦੀ ਸਮਗਲਿੰਗ ਸਾਡੀ ਆਉਣ ਵਾਲੀ ਸੰਤਾਨਾਂ ਨੂੰ, ਸਾਡੇ ਆਉਣ ਵਾਲੀ ਪੀੜ੍ਹੀ ਨੂੰ ਖਰਾਬ ਕਰਨ ਦਾ ਕੰਮ ਕਰ ਰਹੀ ਹੈ। ਛੋਟਾ ਜਿਹਾ ਉਦਾਹਰਣ, ਇੱਕ ਹੋਰ ਡਾਟਾ ਦੀ ਗੱਲ ਕਰ ਰਹੀ ਹਾਂ ਮੈਂ। ਚੰਡੀਗੜ੍ਹ, ਮਤਲਬ ਅਸੀਂ ਬੜੇ ਪ੍ਰਾਊਡ ਫੀਲ ਕਰਦੇ ਨੇ ਕਿ ਸਾਡੇ ਬੱਚੇ ਸਟਰੋਂਗ ਹੋਣ, ਲੰਬੇ ਚੌੜੇ ਹੋਣ, ਦੌੜਦੇ ਹੋਣ, ਕੰਮ ਕਰਦੇ ਹੋਣ, ਦੌੜਨ ਭਾਗਣ ਦਾ ਕੰਮ, ਮਿਹਨਤ ਦਾ ਕੰਮ ਕਰ ਸਕਦੇ ਹੋ। ਅਸੀਂ ਪੰਜਾਬੀ ਇਹੋ ਜਿਹੇ ਹੀ ਨੇ ਕਿ ਟੈਨਿਸ ਖੇਲਦਾ ਹੈ, ਸਵੇਰੇ ਉੱਠ ਕੇ ਦੌੜਦਾ ਹੈ, ਜਿਮ ਜਾਂਦਾ ਹੈ। ਅਸੀਂ ਇਹੋ ਜਿਹੀ ਗੱਲਾਂ ਕਰਦੇ ਨੇ, ਅਸੀਂ ਬੜੇ ਪੱਕੇ ਨੇ ਉਸ ਗੱਲ 'ਚ। ਖਾਣ ਪੀਣ ਨੂੰ ਸੌਖਾ ਹੋਏ, ਇਹ ਟੈਂਪਰਾਮੈਂਟ ਹੈ ਪੰਜਾਬ ਦਾ। ਚੰਡੀਗੜ੍ਹ ਪੁਲਿਸ ਨੇ ਭਰਤੀ ਕੀਤੀ। ਚੰਡੀਗੜ੍ਹ ਪੁਲਿਸ ਦੀ ਜਿਹੜੀ ਭਰਤੀ ਹੈ ਉਹ ਪੰਜਾਬ ਅਤੇ ਹਰਿਆਣਾ ਦੋਨੋਂ ਕਰ ਸਕਦੇ ਨੇ। ਅੱਜ ਤਾਈਂ ਇੱਥੇ ਦੇ ਬੰਦੇ ਜਨਰਲ ਬਣ ਕੇ ਨਿਕਲੇ ਨੇ, ਆਰਮੀ ਦੇ ਜਨਰਲ ਬਹੁਤ ਸਾਰੇ ਪੰਜਾਬੀ ਨਿਕਲੇ ਨੇ। ਹੁਣ ਇਸ ਭਰਤੀ 'ਚ ਜਿਹੜੀ ਪਿੱਛੇ ਚੰਡੀਗੜ੍ਹ ਦੀ ਭਰਤੀ ਹੋਈ, ਉਹਦਾ ਜਿਹੜਾ ਰਿਜ਼ਲਟ ਆਇਆ ਉਹ ਅੱਖਾਂ ਖੋਲ੍ਹਣ ਵਾਲਾ ਹੈ। ਉਹ ਪੰਜਾਬ ਦੀ ਅਸਲੀਅਤ ਹੈ ਜਿਹੜੇ ਲੋਕੀ ਭੁੱਲ ਗਏ ਨੇ। ਇੱਥੇ ਚੰਡੀਗੜ੍ਹ ਪੁਲਿਸ ਦੀ ਭਰਤੀ 'ਚ 80% ਤੋਂ ਵੱਧ, 90%, 80% ਹਰਿਆਣਾ ਦੇ ਸਿਲੈਕਸ਼ਨ ਹੋਈ ਹੈ। 10%, 20% ਦੇ ਵਿੱਚ ਜਿਹੜੀ ਹੈ ਉਹ ਪੰਜਾਬੀ ਆਏ ਨੇ। ਰੀਜ਼ਨ, ਸਾਰੇ ਫਿਜ਼ੀਕਲ 'ਚ ਫੇਲ ਹੋਏ ਨੇ। ਅਤੇ ਜਿਹੜੀ ਸਾਡੀ ਨਸਲ ਖਰਾਬ ਕਰਨ ਦਾ ਕੰਮ ਹੈ ਉਹ ਇੱਥੇ ਸ਼ੁਰੂ ਹੋ ਗਿਆ ਹੈ। ਜਿਹੜੇ ਅਸੀਂ ਸਾਰਿਆਂ ਤੋਂ ਵੱਧ ਕੇ ਆਰਮੀ 'ਚ ਜਾਂਦੇ ਸੀ, ਅਸੀਂ ਸਾਰਿਆਂ ਤੋਂ ਵੱਧ ਕੇ ਪੁਲਿਸ ਫੋਰਸਿਸ 'ਚ ਜਾਣ ਵਾਲੇ, ਅਸੀਂ ਓਰੀਜਨਲ ਓਲੰਪਿਕ ਵਿਨਰਸ ਨੇ। ਅਸੀਂ, ਸਾਡੇ ਮਤਲਬ ਮਿਲਖਾ ਸਿੰਘ ਤੋਂ ਲੈ ਕੇ ਬਾਕੀ ਕੋਈ ਵੀ ਦੇਖੋ, ਹਾਕੀ ਦੀ ਟੀਮ ਦੇਖੋ, ਅਸੀਂ ਅੱਗੇ ਜਾਣ ਵਾਲੇ ਬੰਦੇ ਨੇ, ਸਪੋਰਟਸ 'ਚ ਅੱਛਾ ਕਰਨ ਵਾਲੇ ਬੰਦੇ ਸੀ। ਸਾਡੀ ਨਸਲ ਖਰਾਬ ਹੋ ਰਹੀ ਹੈ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਮੈਨੂੰ ਇੱਕ ਮਾਂ ਅਤੇ ਪੰਜਾਬੀ ਜਵਾਨ ਬੱਚੇ ਨੇ ਮੇਰੇ ਵੀ, ਮੈਨੂੰ ਇਹ ਲੱਗਦਾ ਹੈ ਕਿ ਇਹ 'ਤੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਹਰਿਆਣਾ ਪੰਜਾਬ ਤੇ ਬਰਾਬਰ ਹੀ ਹੈ ਨਾ, ਪੰਜਾਬ ਥੋੜ੍ਹਾ ਜਿਹਾ ਵੱਡਾ ਹੀ ਹੋਣਾ ਹੈ। ਹਰਿਆਣਾ ਠੀਕ ਹੋ ਗਿਆ, ਹਰਿਆਣਾ 'ਚ ਕੰਮ ਹੋ ਰਿਹਾ ਹੈ, ਹਰਿਆਣਾ 'ਚ ਲੋਕਾਂ ਨੂੰ ਪੈਸੇ ਵੀ ਮਿਲ ਰਹੇ ਨੇ, MSME ਦਾ ਵੀ ਫਾਇਦਾ ਹੈ। ਉੱਥੇ ਜਿਹੜੇ ਆਂਗਨਵਾੜੀ ਵਰਕਰਸ ਨੇ ਉਹਨਾਂ ਦੀ ਵੀ ਸੈਲਰੀ ਹੋ ਗਈ, ਸਭ ਕੁਛ ਹੋ ਗਿਆ। ਸਪੋਰਟਸ ਵੀ ਚੰਗਾ ਕਰ ਰਿਹਾ ਹੈ, ਪੁਲਿਸ ਦੀ ਭਰਤੀ ਵੀ ਤੁਹਾਡੇ ਅੱਗੇ ਹੈ। ਅਸੀਂ ਪਿੱਛੇ ਜਾ ਰਹੇ ਨੇ, ਕੋਈ ਤਾਂ ਰੀਜ਼ਨ ਹੋਣਾ ਹੈ ਨਾ। ਐਡਮਿਨਿਸਟ੍ਰੇਸ਼ਨ ਫੇਲੀਅਰ ਤਾਂ ਹੋਣੀ ਹੈ ਨਾ, ਗੁੱਡ ਗਵਰਨੈਂਸ ਫੇਲੀਅਰ ਤਾਂ ਹੋਣੀ ਹੈ ਨਾ। ਕਿ ਕੋਈ ਤਾਂ ਦਿਮਾਗ ਲਾ ਕੇ ਇੱਥੇ ਪੋਕਟ 'ਚ ਕੰਮ ਨਹੀਂ ਕਰਕੇ ਸਟ੍ਰੈਟਜੀ ਵਾਈਜ਼ ਕੰਮ ਕਰੇਗਾ। ਮੈਨੂੰ ਸਾਰਿਆਂ ਤੋਂ ਵੱਡਾ ਮੁੱਦਾ, ਮੇਰੇ ਤੋਂ ਕੋਈ ਪੁੱਛੇ, 2 ਲੱਗਦੇ ਨੇ। ਪਹਿਲਾ ਮੈਨੂੰ ਲੱਗਦਾ ਹੈ ਬਾਰਡਰ ਸਟੇਟ ਹੈ। ਬਾਰਡਰ ਸਟੇਟ ਦੀ ਆਊਟਲੁੱਕ ਫਰਕ ਹੋਣੀ ਚਾਹੀਦੀ ਹੈ। ਬਾਰਡਰ ਸਟੇਟ ਦੇ ਬੰਦਿਆਂ ਦੀ ਆਊਟਲੁੱਕ ਵੀ ਫਰਕ ਹੋਣੀ ਚਾਹੀਦੀ ਹੈ। ਸੇਫਟੀ, ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਪਹਿਲਾ ਮੁੱਦਾ ਹੈ। ਜਿਹਨੇ ਬਹੁਤ ਜ਼ਖਮ ਦੇਖੇ ਨੇ, ਉਹ ਜ਼ਖਮ 84 ਦੇ ਜ਼ਖਮ ਮੈਂ ਨਹੀਂ ਭੁੱਲੀ ਹਾਂ। ਉਹ ਜ਼ਖਮਾਂ ਕਰਕੇ ਜਿਹੜਾ ਬੰਦਾ ਇੱਥੇ ਸੁਹਾਰਦ ਬਣਾ ਕੇ ਰੱਖ ਸਕਦਾ ਹੋਏ, ਜਿਹੜਾ ਇੱਥੇ ਹਿੰਦੂ ਸਿੱਖ ਵੱਖ ਨਹੀਂ ਨੇ, ਹਿੰਦੂ ਸਿੱਖ ਇੱਕੋ ਕੌਮ ਹੈ, ਉਹਨੂੰ ਇਕੱਠਾ ਕਰਕੇ ਰੱਖ ਸਕਦਾ ਹੋਏ, ਉਹ ਟੈਂਪਰਾਮੈਂਟ ਚਾਹੀਦਾ ਹੈ। ਦੂਜਾ, ਰਾਸ਼ਟਰੀ ਸੁਰੱਖਿਆ ਤੋਂ ਜੁੜਿਆ ਹੋਇਆ ਮੁੱਦਾ ਹੈ ਇੱਥੇ ਡਰੱਗਸ ਦਾ, ਕਿਉਂਕਿ ਡਰੱਗ ਮਨੀ ਜਿਹੜੀ ਪੋਲੀਟਿਕਸ ਤੋਂ ਲੈ ਕੇ ਇੰਡਸਟਰੀ ਨੂੰ ਖਰਾਬ ਕਰਨ ਦਾ ਕੰਮ, ਅਗਲੀ ਨਸਲ ਨੂੰ ਖਰਾਬ ਕਰਨ ਦਾ ਕੰਮ,
ਉਹਦਾ ਕੰਮ ਵੀ ਸੈਂਟਰਲ ਗਵਰਨਮੈਂਟ 'ਚ ਬੈਠੀ ਹੋਈ ਫੋਰਸਿਸ ਕਰ ਸਕਦੀਆਂ ਨੇ, ਉਹਨੂੰ ਬੈਟਰ ਕਰਨ ਦਾ ਕੰਮ। ਆਏ ਦਿਨ ਉਹ ਡਰੱਗਸ ਫੜਨ ਦਾ ਕੰਮ, ਉਹਦਾ ਜੂਰਿਸਡਿਕਸ਼ਨ ਠੀਕ ਕਰਨ ਦਾ ਕੰਮ ਅਸੀਂ ਆਲਰੇਡੀ ਸ਼ੁਰੂ ਕਰਤਾ ਹੈ। ਜਿਹੜੀ ਅਗਲੀ ਨਸਲ ਹੈ ਉਹ ਨਸਲ ਨਸ਼ੇ ਦੀ ਆਦਤ 'ਚ ਨਾ ਬਰਬਾਦ ਹੋਏ, ਮੈਨੂੰ ਲੱਗਦਾ ਹੈ ਬਹੁਤ ਵੱਡਾ ਮੁੱਦਾ ਹੈ। ਕੋਈ ਵੀ ਮਾਂ-ਬਾਪ, ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਮੇਰੀ ਆਉਣ ਵਾਲੀ ਨਸਲ ਖਰਾਬ ਹੋਏ, ਮੇਰੇ ਬੱਚੇ ਦੌੜ ਨਾ ਸਕਣ, ਮੇਰੇ ਬੱਚੇ ਖਰਾਬ ਹੋ ਜਾਣ, ਇਹ ਤਾਂ ਕੋਈ ਮਾਂ ਨਹੀਂ ਚਾਹੁੰਦੀ। ਤੇ ਮੈਨੂੰ ਲੱਗਦਾ ਇਹ ਜਿਹੜੇ ਘਰ ਬਰਬਾਦ ਹੋ ਗਏ ਨੇ ਉਹਨੂੰ ਠੀਕ ਕਰਨ ਦਾ ਕੰਮ ਤੇ ਕਿਸੇ ਨੂੰ ਕਰਨਾ। ਕਾਂਗਰਸ ਜਿਹੜੀ ਹੈ ਉਹ ਕਹਿੰਦੀ ਹੈ ਕਿ ਤੁਹਾਡੇ ਪੁਰਾਣੇ ਜਿਹੜੇ ਗੱਠਜੋੜ ਦੇ ਸਾਥੀ ਸੀ ਅਕਾਲੀ ਦਲ, ਉਹ ਇਸ ਦੇ ਲਈ ਜ਼ਿੰਮੇਵਾਰ ਹੈ। ਕਾਂਗਰਸ ਬਾਰ-ਬਾਰ ਵਿਕਰਮ ਮਜੀਠੀਆ ਦਾ ਨਾਮ ਲੈਂਦੀ ਰਹਿੰਦੀ ਹੈ, ਤੁਸੀਂ ਇਸ ਬਾਰੇ ਕੀ? ਮੈਂ ਦੇਖੋ, ਵਿਕਰਮ ਮਜੀਠੀਆ ਦਾ ਅਸੀਂ ਤੇ ਡਰੱਗਸ ਦੇ ਖਿਲਾਫ ਨੇ, ਉਹਦੇ ਖਿਲਾਫ ਕੇਸ ਵੀ ਬਣਿਆ ਹੈ, ਉਹਦੇ ਖਿਲਾਫ ਉਹ ਮਾਮਲਾ ਪੈਂਡਿੰਗ ਵੀ ਹੈ। ਅਸੀਂ ਡਰੱਗਸ ਦੇ ਖਿਲਾਫ ਨੇ। ਤੁਸੀਂ ਕੀ ਕੰਮ ਕੀਤਾ ਉਹ ਦੱਸ ਦਿਓ ਨਾ, ਉਹ ਦੱਸ ਦਿਓ। ਜਿਹੜਾ ਕੰਮ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਦੀ ਬ੍ਰੀਚ ਹੋਈ ਹੈ, ਤੁਹਾਨੂੰ ਲੱਗਦਾ ਹੈ ਤੇ ਡਰੱਗ ਮਾਫੀਆ ਦਾ ਕੋਈ ਰੋਲ ਨਹੀਂ ਹੈ? ਤੁਹਾਨੂੰ ਲੱਗਦਾ ਹੈ ਪ੍ਰਸ਼ਾਸਨ ਸਾਫ਼ ਹੈ? ਚਾਲੀ ਜੀ ਨੇ ਖੇਦ ਵਿਅਕਤ ਕਰ ਦਿੱਤਾ ਕੱਲ। ਖੇਦ ਵਿਅਕਤ ਕਰਨ ਤੋਂ ਕੰਮ ਤੇ ਠੀਕ ਨਹੀਂ ਹੋਇਆ ਨਾ। ਹੁਣ ਖੇਦ ਵਿਅਕਤ ਕਰ ਰਹੇ ਹੋ ਕਿਉਂਕਿ ਉਹਨਾਂ ਨੂੰ ਪਤਾ ਹੈ ਇਲੈਕਸ਼ਨ ਦਾ ਮੁੱਦਾ ਹੈ। ਖੇਦ ਵਿਅਕਤ ਕਰਨਾ ਤੇ ਕਾਫੀ ਨਹੀਂ ਹੈ। ਜਿੰਨਾ ਤਾਕਤਾਂ ਦੇ ਰਹਿੰਦੇ ਹੋਏ ਤੁਸੀਂ ਇਹ ਕੰਮ ਹੋਣ ਦਿੱਤਾ, ਉਹਦੀ ਜਵਾਬਦਾਰੀ ਤੇ ਹੋਣੀ ਚਾਹੀਦੀ ਹੈ। ਹੁਣ ਤੁਸੀਂ ਖੇਦ ਵਿਅਕਤ ਕਰ ਰਹੇ ਹੋ ਜਦੋਂ ਮਾਮਲਾ ਸੁਪਰੀਮ ਕੋਰਟ ਦੀ ਜੱਜ ਬੈਠ ਕੇ ਸੁਣਨ ਲੱਗੀ ਹੈ, ਇਨਵੈਸਟੀਗੇਸ਼ਨ ਚਾਲੂ ਹੋ ਗਿਆ। ਉਸ ਤੋਂ ਪਹਿਲਾਂ ਤੇ ਤੁਸੀਂ ਅੱਜ ਵੀ ਕਹਿ ਰਹੇ ਸੀ ਕਿ ਰੈਲੀ 'ਚ ਬੰਦੇ ਘੱਟ ਨੇ, ਤੇ ਖੇਦ ਵਿਅਕਤ ਕਾਹਦੀ ਗੱਲ ਦਾ? ਜੀ, ਵੱਡੇ ਚਿਹਰੇ ਜਿਹੜੇ ਨੇ, ਤੁਹਾਡੇ ਕੋਲ ਸਮਾਂ ਘੱਟ ਹੋਏਗਾ, ਵੱਡੇ ਚਿਹਰੇ ਜਿਹੜੇ ਨੇ ਨਵਜੋਤ ਸਿੱਧੂ, ਚਰਨਜੀਤ ਚੰਨੀ, ਇਹ ਸਾਰੇ ਮੈਦਾਨ ਵਿੱਚ ਨੇ, ਬਾਦਲਸ ਮੈਦਾਨ ਵਿੱਚ ਨੇ, ਉੱਧਰੋਂ ਦੀ ਭਗਵੰਤ ਮਾਨ, ਕੇਜਰੀਵਾਲ ਇੱਥੇ ਘੁੰਮ ਰਹੇ ਨੇ। ਇਹ ਸਾਰੇ ਵੱਡੇ ਚਿਹਰੇ ਬੀਜੇਪੀ ਲਈ ਕਿੱਡੇ ਵੱਡੀ ਚੁਣੌਤੀ? ਸਾਡੇ ਕੋਲ ਬਹੁਤ ਵੱਡਾ ਚਿਹਰਾ ਹੈ ਨਰਿੰਦਰ ਮੋਦੀ ਜੀ ਦਾ। ਉਸ ਤੋਂ ਵੱਡਾ ਚਿਹਰਾ ਹੈ ਕੋਈ ਨਹੀਂ ਹੈ। ਉਹ ਉਹਨਾਂ ਦੇ ਝਾਕੇ 'ਚ ਵੀ ਨਹੀਂ ਆਉਣਗੇ। ਅਤੇ ਚਿਹਰੇ ਤੋਂ ਵੱਧ ਕੇ ਅਸੀਂ ਕੰਮ ਕਰਕੇ ਦਿੱਤੇ ਨੇ। ਜਿਹੜਾ ਬਹੁਤਾ ਐਗਜ਼ਾਮਪਲ ਹੈ ਉਹ ਮੈਂ ਤੁਹਾਨੂੰ ਸਾਰਿਆਂ ਤੋਂ ਵੱਡਾ ਐਗਜ਼ਾਮਪਲ ਦੇ ਦਿੱਤਾ ਹੈ। ਹਰਿਆਣਾ ਨੂੰ ਤੁਸੀਂ 5 ਸਾਲ ਵੇਖੋ, ਪੰਜਾਬ ਨੂੰ ਤੁਸੀਂ 5 ਸਾਲ ਵੇਖੋ, ਤੁਹਾਡੇ ਅੱਗੇ ਹੈ, ਰਿਜ਼ਲਟ ਵੀ ਤੁਹਾਡੇ ਅੱਗੇ ਹੈ। ਅਤੇ ਜਿੰਨੇ ਕੰਮ ਪੰਜਾਬ 'ਚ ਹੋਏ ਨੇ ਉਹ ਸੈਂਟਰਲ ਗਵਰਨਮੈਂਟ ਨੇ ਬੈਠੇ ਹੋਏ ਦਿੱਲੀ 'ਚ ਬੈਠੇ ਹੋਏ ਸਾਡੇ ਕੰਮ, ਜਿੰਨੇ ਤੁਸੀਂ ਹੱਥ ਲਾਓ ਉਹ ਕੰਮ ਸੈਂਟਰਲ ਗਵਰਨਮੈਂਟ ਦਾ ਹੈ। ਇੱਥੇ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਮੈਂ ਬਹੁਤ ਸਮਾਰਟ ਸਿਟੀ ਪ੍ਰੋਜੈਕਟ ਜਲੰਧਰ ਅਤੇ ਲੁਧਿਆਣੇ ਦਾ, ਉਹ ਪੈਸਾ ਅਰਬਨ ਡਿਵੈਲਪਮੈਂਟ ਮਿਨਿਸਟਰੀ ਨੇ ਭੇਜਿਆ। ਸੜਕਾਂ ਬਣਾਉਣ ਦਾ ਕੰਮ ਸੈਂਟਰਲ ਗਵਰਨਮੈਂਟ ਨੇ ਕੀਤਾ ਹੈ। ਖੰਨੇ ਨੂੰ ਜਿਹੜਾ ਅੰਮ੍ਰਿਤ 'ਚ ਪੈਸਾ ਮਿਲਿਆ ਹੈ ਉਹ ਸੈਂਟਰਲ ਗਵਰਨਮੈਂਟ ਨੇ ਭੇਜਿਆ ਹੈ। ਬਾਰਡਰ 'ਤੇ ਕਰਤਾਰਪੁਰ, ਗੁਰਦਾਸਪੁਰ, ਪਠਾਨਕੋਟ, ਉਹ ਸੜਕਾਂ ਬਣਾਉਣ ਦਾ ਕੰਮ ਸੈਂਟਰ ਨੇ ਕੀਤਾ ਹੈ। ਜਿਹੜਾ ਪਾਈਪਲਾਈਨ ਪਾਣੀ ਦੀ ਪਾਈ ਜਾ ਰਹੀ ਹੈ, ਹਰ ਘਰ ਪਾਣੀ ਪਹੁੰਚ ਰਿਹਾ, ਉਹ ਸੈਂਟਰਲ ਗਵਰਨਮੈਂਟ ਨੇ ਕੀਤਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ 22,000 ਤੋਂ ਵੱਧ ਕੇ ਘਰ ਬਣੇ ਨੇ। ਜਦ ਤੱਕ ਉਸੇ ਟਾਈਮ 'ਚ ਯੂਪੀ ਨੇ 22 ਲੱਖ ਬਣਾਏ ਨੇ। ਇੱਥੇ ਇੰਪਲੀਮੈਂਟੇਸ਼ਨ ਗੜਬੜ ਸੀ ਨਾ, ਤਾਂ ਹੀ 22,000 ਬਣੇ। ਇੱਥੇ ਇੰਪਲੀਮੈਂਟੇਸ਼ਨ ਠੀਕ ਹੁੰਦੀ ਤੇ ਪੂਰੀ ਸਟੇਟ ਦੇ ਜਿੰਨੇ ਬੰਦਿਆਂ ਨੂੰ ਲੋੜ ਹੈ ਉਹਨਾਂ ਦੇ ਸਾਰਿਆਂ ਦੇ ਪੱਕੇ ਘਰ ਬਣ ਜਾਣੇ ਸੀ। ਮੀਨਾਕਸ਼ੀ ਜੀ, ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਾਡੇ ਨਾਲ। ਹੁਣ ਤੁਸੀਂ ਇਹ ਦੱਸੋ ਜਾਂਦੇ ਜਾਂਦੇ ਕਿ ਬੀਜੇਪੀ ਲਈ ਸੀਟਾਂ ਦੀ ਕਿੰਨੀ ਉਮੀਦ ਹੈ ਤੁਹਾਨੂੰ ਪੂਰੇ ਅਲਾਇੰਸ ਨੂੰ ਲੈ ਕੇ? ਸਰਕਾਰ ਬੀਜੇਪੀ ਦੀ ਬਣਨੀ ਹੈ, ਅਸੀਂ ਤੁਹਾਨੂੰ ਡਾਟਾ ਵੀ ਦੇ ਦਿਆਂਗੇ। ਜਿਹੜੀ ਅਲਾਇੰਸ ਹੈ ਉਹਦੇ ਸਾਡਾ ਨੰਬਰ ਜੋ ਵੀ ਤੈਅ ਹੁੰਦਾ ਹੈ, ਉਹ ਗੱਲਬਾਤ ਹੋਈ ਹੈ, ਅੱਗੇ ਵੀ ਥੋੜ੍ਹਾ ਜਿਹਾ ਚੱਲ ਰਿਹਾ ਹੈ। ਅਸੀਂ ਤੁਹਾਨੂੰ ਐਗਜ਼ੈਕਟ ਨੰਬਰ ਵੀ ਦੱਸ ਦਿਆਂਗੇ। ਛੁਪ ਕੇ ਕੋਈ ਕੰਮ ਨਹੀਂ ਹੋਣਾ ਨਾ, ਇਹ ਤੇ ਮੀਡੀਆ ਨੂੰ ਬੁਲਾ ਕੇ ਦੱਸਣ ਵਾਲੀ ਗੱਲ ਹੈ, ਉਹ ਦੱਸ ਦਿਆਂਗੇ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਲੰਬਾ ਸਮਾਂ ਸਾਨੂੰ ਦੇਣ ਦੇ ਲਈ। ਸੋ ਵਿਦੇਸ਼ ਰਾਜ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਮੀਨਾਕਸ਼ੀ ਲੇਖਕੀ ਕਹਿ ਰਹੇ ਨੇ ਕਿ ਪੰਜਾਬ ਵਿੱਚ ਬੀਜੇਪੀ ਦੀ ਅਲਾਇੰਸ ਵਾਲੀ ਸਰਕਾਰ ਬਣੇਗੀ। ਕੈਮਰਾਮੈਨ ਅਮਨਦੀਪ ਦੇ ਨਾਲ ਸ਼੍ਰਮਿਤ, ਜਗਬਾਣੀ TV, ਚੰਡੀਗੜ੍ਹ।